ਹਰਜਿੰਦਰ ਸਿੰਘ ਸੂਰੇਵਾਲੀਆ ਦੀ ਪੁਸਤਕ ਅਦਬੀ ਚਿਹਰੇ ਦਾ ਅਗਲਾ ਰੇਖਾ ਚਿੱਤਰ ਹੈ ਗੁਰਬਚਨ ਸਿੰਘ ਭੁੱਲਰ। ਪੰਜਾਬੀ ਸਾਹਿਤ ਦਾ ਕਲਸ ਗੁਰਬਚਨ ਸਿੰਘ ਭੁੱਲਰ। ਗੁਰਬਚਨ ਸਿੰਘ ਭੁੱਲਰ ਨਾਲ ਮੇਰਾ ਸੰਪਰਕ 1988 ਤੋਂ ਹੈ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਵਿੱਚ ਪੰਜਾਬੀ ਦੀ MPhil ਕਰ ਰਿਹਾ ਸੀ। MPhil ਵਿੱਚ ਵੀ PhD ਵਾਂਗ ਇੱਕ ਛੋਟਾ ਜਿਹਾ ਥੀਸਿਸ ਲਿਖਣਾ ਹੁੰਦਾ ਹੈ, ਅਤੇ ਇੱਕ ਕਹਾਣੀਕਾਰ ਦੇ ਨਾਤੇ ਮੈਂ ਕਿਸੇ ਕਹਾਣੀਕਾਰ ਦੀਆਂ ਕਹਾਣੀਆਂ 'ਤੇ ਹੀ ਆਪਣਾ ਥੀਸਿਸ ਲਿਖਣਾ ਚਾਹੁੰਦਾ ਸੀ। ਉਸ ਸਮੇਂ ਮੈਂ ਗੁਰਦੇਵ ਸਿੰਘ ਰੁਪਾਣਾ ਅਤੇ ਗੁਰਬਚਨ ਸਿੰਘ ਭੁੱਲਰ ਦੀਆਂ ਕਹਾਣੀਆਂ ਦਾ ਪ੍ਰਸ਼ੰਸਕ ਸੀ। ਕਹਾਣੀਆਂ ਤਾਂ ਪਹਿਲਾਂ ਵੀ ਪੜ੍ਹੀਆਂ ਹੋਈਆਂ ਸੀ, ਪਰ ਦੁਬਾਰਾ ਫਿਰ ਇਹਨਾਂ ਲੇਖਕਾਂ ਦੇ ਸਾਰੇ ਕਹਾਣੀ ਸੰਗ੍ਰਹਿ ਪੜ੍ਹ ਕੇ ਰੁਪਾਣਾ ਦੀਆਂ ਕਹਾਣੀਆਂ 'ਤੇ ਕੰਮ ਕਰਨ ਦਾ ਮਨ ਬਣਾ ਲਿਆ। ਮੇਰੇ ਕੋਲ ਰੁਪਾਣੇ ਦਾ ਪਤਾ ਨਹੀਂ ਸੀ, ਪਰ ਭੁੱਲਰ ਦਾ ਪਤਾ ਉਹਦੇ ਕਿਸੇ ਕਹਾਣੀ ਸੰਗ੍ਰਹਿ 'ਤੇ ਛਪਿਆ ਹੋਣ ਕਰਕੇ ਮੈਂ ਉਹਨੂੰ ਖੱਤ ਲਿਖ ਕੇ ਰੁਪਾਣੇ ਦਾ ਪਤਾ ਮੰਗਿਆ। ਕੁਝ ਦਿਨਾਂ ਬਾਅਦ ਹੀ ਛਪੇ ਹੋਏ ਲੈਟਰ ਪੈਡ 'ਤੇ ਸੁੰਦਰ ਲਿਖਾਈ ਵਾਲਾ ਭੁੱਲਰ ਦਾ ਪੱਤਰ ਮਿਲ ਗਿਆ, ਜਿਸ 'ਚ ਰੁਪਾਣੇ ਦਾ ਪਤਾ ਵੀ ਸੀ ਅਤੇ ਇੱਕ ਸੰਦੇਸ਼ ਮੇਰੇ ਗਾਈਡ ਅਤੇ ਉਹਨਾਂ ਦੇ ਮਿੱਤਰ ਪ੍ਰੋਫੈਸਰ ਗੁਰਦਿਆਲ ਸਿੰਘ ਲਈ ਸੀ। ਗੁਰਦੇਵ ਸਿੰਘ ਰੁਪਾਣਾ ਨੂੰ ਮੈਂ ਖੱਤ ਲਿਖੇ, ਪਰ ਉਹਨੇ ਕਿਸੇ ਵੀ ਖੱਤ ਦਾ ਜਵਾਬ ਨਾ ਦਿੱਤਾ, ਪਰ ਭੁੱਲਰ ਮੇਰੇ ਹਰ ਖੱਤ ਦਾ ਜਵਾਬ ਦਿੰਦਾ ਰਿਹਾ। ਉਸ ਪ੍ਰਤੀ ਮੇਰੇ ਮਨ 'ਚ ਸਤਿਕਾਰ ਹੋਰ ਵੀ ਵੱਧ ਗਿਆ ਅਤੇ ਰੁਪਾਣੇ 'ਤੇ ਹਰ ਖਾਉਣ ਲੱਗਿਆ। ਮੈਨੂੰ ਪਛਤਾਵਾ ਹੋਇਆ ਕਿ ਮੈਂ ਇਸ ਬੰਦੇ ਦੀਆਂ ਕਹਾਣੀਆਂ ਨੂੰ ਚੁਣਿਆ ਹੀ ਕਿਉਂ, ਅਤੇ ਮੈਂ ਭੁੱਲਰ ਦੀਆਂ ਕਹਾਣੀਆਂ 'ਤੇ ਹੀ ਕਿਉਂ ਨਾ ਆਪਣਾ ਥੀਸਿਸ ਲਿਖਿਆ। ਉਹਦੀਆਂ ਕਹਾਣੀਆਂ ਮਾਲਵੇ ਦੇ ਪੇਂਡੂ ਜੀਵਨ ਦਾ ਯਥਾਰਥ ਪੇਸ਼ ਕਰਦੀਆਂ, ਤਾਜ਼ੀਆਂ ਕੱਢੀਆਂ ਜਲੇਬੀਆਂ ਵਾਂਗ ਕਹਾਣੀ ਰਸ ਨਾਲ ਲਬਰੇਜ਼ ਹੁੰਦੀਆਂ। ਉਹ ਆਪਣੀਆਂ ਪਹਿਲੀਆਂ ਕੁਝ ਕਹਾਣੀਆਂ ਦੇ ਛਪਣ ਤੋਂ ਬਾਅਦ ਹੀ 94 ਕਹਾਣੀਕਾਰਾਂ ਦੀ ਸੂਚੀ 'ਚ ਆ ਗਿਆ ਸੀ, ਅਤੇ ਲੰਬਾ ਸਮਾਂ ਪੰਜਾਬੀ ਦੇ ਸਾਹਿਤ ਜਗਤ ਵਿੱਚ ਭੁੱਲਰ ਇੱਕ ਕਹਾਣੀਕਾਰ ਦੇ ਤੌਰ 'ਤੇ ਹੀ ਜਾਣਿਆ ਜਾਂਦਾ ਰਿਹਾ। ਭਾਰਤੀ ਸਾਹਿਤ ਅਕੈਡਮੀ ਦਾ ਸਾਲ 2005 ਦਾ ਇਨਾਮ ਉਹਦੀਆਂ ਕਹਾਣੀਆਂ ਦੀ ਪੁਸਤਕ ਅਗਨੀ ਕਲਸ ਨੂੰ ਦਿੱਤਾ ਗਿਆ। ਅਕਸਰ ਹੀ ਕਿਹਾ ਜਾਂਦਾ ਹੈ ਕਿ ਕਿਸੇ ਵੱਡੇ ਇਨਾਮ ਸਨਮਾਨ ਦੀ ਪ੍ਰਾਪਤੀ ਤੋਂ ਬਾਅਦ ਲੇਖਕ ਦੀ ਰਚਨਾ ਪ੍ਰਕਿਰਿਆ 'ਚ ਖੜੋਤ ਆ ਜਾਂਦੀ ਹੈ, ਪਰ ਇਸ ਇਨਾਮ ਦੀ ਪ੍ਰਾਪਤੀ ਤੋਂ ਬਾਅਦ ਵੀ ਉਹਦੀ ਕਲਮ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਹੈ। ਸਾਲ 2014 ਦੇ ਅੰਤ 'ਤੇ ਛਪ ਕੇ ਆਇਆ ਉਹਦਾ ਨਾਵਲ ਇਹ ਜਨਮ ਤੁਮਾਰੇ ਲੇਖੇ ਪੰਜਾਬੀ ਸਾਹਿਤ ਦੇ ਖੜੋਤੇ ਪਾਣੀਆਂ 'ਚ ਉੱਠਿਆ ਜਵਾਰ ਭਾਟਾ ਸਾਬਤ ਹੋਇਆ। ਸਾਹਿਤ ਪ੍ਰੇਮੀਆਂ ਨੂੰ ਲੰਮੇ ਸਮੇਂ ਬਾਅਦ ਕੋਈ ਪੜ੍ਹਨ ਯੋਗ ਦਿਲਚਸਪ ਪੁਸਤਕ ਮਿਲੀ। ਆਲੋਚਕਾਂ ਨੇ ਇਸ ਨੂੰ ਪੰਜਾਬੀ ਨਾਵਲਕਾਰੀ 'ਚ ਇੱਕ ਨਵਾਂ ਮੋੜ, ਨਵਾਂ ਦੌਰ, ਨਵਾਂ ਮੀਲ ਪੱਥਰ ਆਦਿ ਕਿਹਾ। ਆਪਣੇ ਇਸ ਪਲੇਠੀ ਦੇ ਇਕਲੌਤੇ ਨਾਵਲ ਨਾਲ ਹੀ ਉਹ ਪੰਜਾਬੀ ਸਾਹਿਤ ਦੇ ਇਤਿਹਾਸ 'ਚ ਇੱਕ ਵਾਰ ਫਿਰ ਆਪਣੀ ਪੂਰੀ ਆਭਾ ਨਾਲ ਚਮਕਿਆ। ਸ਼ਾਨਦਾਰ ਵਾਰਤਕ ਲਿਖਣ ਦਾ ਆਪਣਾ ਲੋਹਾ ਤਾਂ ਉਹ ਪਹਿਲਾਂ ਹੀ ਮਨਵਾ ਚੁੱਕਿਆ ਸੀ, ਪਰ ਇਹ ਨਾਵਲ ਲਿਖ ਕੇ ਉਹਨੇ ਸਿੱਧ ਕਰ ਦਿੱਤਾ ਕਿ ਹਾਲ ਦੀ ਘੜੀ ਪੰਜਾਬੀ ਦੀ ਵਾਰਤਕ ਲਿਖਣ 'ਚ ਉਹਦਾ ਕੋਈ ਸਾਨੀ ਨਹੀਂ। ਪੰਜਾਬੀ ਸਾਹਿਤ ਦੇ ਇਸ ਵਿਲੱਖਣ ਨਾਵਲ ਦੀ ਚਰਚਾ ਜੇ ਮੱਠੀ ਨਹੀਂ ਪਈ ਸੀ, ਜਦੋਂ ਉਹਨੇ ਸਾਹਿਤਿਕ ਹਲਕਿਆਂ ਵਿੱਚ ਇੱਕ ਹੋਰ ਤਹਿਲਕਾ ਮਚਾ ਦਿੱਤਾ। ਦੇਸ਼ ਵਿੱਚ ਵੱਧ ਰਹੀਆਂ ਮੂਲਵਾਦੀ ਤਾਕਤਾਂ ਵੱਲੋਂ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ 'ਤੇ ਕੀਤੇ ਹਮਲਿਆਂ ਨਾਲ ਦੇਸ਼ 'ਚ ਫੈਲਾਈ ਜਾ ਰਹੀ ਅਸਹਿਣਸ਼ੀਲਤਾ ਵਿਰੁੱਧ ਰੋਸ ਪ੍ਰਗਟ ਕਰਨ ਲਈ ਜਦੋਂ ਦੇਸ਼ ਦੇ ਚੋਟੀ ਦੇ ਸਾਹਿਤਕਾਰ, ਬੁੱਧੀਜੀਵੀ ਨੈਣਤਾਰਾ ਸਹਿਗਲ, ਅਸ਼ੋਕ ਵਾਜਪਾਈ, ਸ਼ਸ਼ੀ ਦੇਸ਼ਪਾਂਡੇ ਆਦਿ ਆਪਣੀ ਆਵਾਜ਼ ਉਠਾ ਰਹੇ ਸੀ, ਤਾਂ ਉਹ ਵੀ ਭਾਰਤੀ ਸਾਹਿਤ ਅਕੈਡਮੀ ਦਾ ਐਵਾਰਡ ਮੋੜ ਕੇ ਉਹਨਾਂ 'ਚ ਸ਼ਾਮਲ ਹੋ ਗਿਆ। ਉਹ ਪੰਜਾਬੀ ਦਾ ਪਹਿਲਾ ਲੇਖਕ ਹੋ ਨਿਤਰਿਆ ਜਿਹਨੇ ਸਾਹਿਤ ਅਕੈਡਮੀ ਦਾ ਪੁਰਸਕਾਰ ਵਾਪਸ ਕੀਤਾ। ਉਹਦੇ ਪੁਰਸਕਾਰ ਵਾਪਸ ਕਰਨ ਦੀ ਦੇਰ ਸੀ ਕਿ ਪੰਜਾਬੀ ਦੇ ਹੋਰਨਾਂ ਲੇਖਕਾਂ ਦਲੀਪ ਕੌਰ ਟਿਵਾਣਾ, ਅਜਮੇਰ ਸਿੰਘ ਔਲਖ, ਬਲਦੇਵ ਸਿੰਘ ਸੜਕਨਾਮਾ ਆਦਿ ਨੇ ਵੀ ਆਪਣੇ ਸਾਹਿਤ ਅਕੈਡਮੀ ਦੇ ਪੁਰਸਕਾਰ ਮੋੜ ਦਿੱਤੇ। ਸਾਹਿਤ ਅਕੈਡਮੀ ਦਾ ਇਨਾਮ ਮੋੜਨ ਨਾਲ ਭੁੱਲਰ ਦੀ ਇੱਕ ਵਾਰ ਫਿਰ ਬੱਲੇ-ਬੱਲੇ ਹੋ ਗਈ। ਉਹਦੇ ਇਸ ਕਦਮ ਨੂੰ ਸਾਹਿਤਿਕ ਤੇ ਗੈਰ ਸਾਹਿਤਿਕ ਹਲਕਿਆਂ ਵਿੱਚ ਖੂਬ ਸਲਾਹਿਆ ਅਤੇ ਸਤਿਕਾਰਿਆ ਗਿਆ, ਅਤੇ ਇਨਾਮ ਮੋੜਨ ਦਾ ਮੁੱਦਾ ਇੱਕ ਤਰ੍ਹਾਂ ਨਾਲ ਕੌਮੀ ਮੁੱਦਾ ਬਣ ਕੇ ਉੱਭਰਿਆ। ਦੇਸ਼ ਦੇ ਪ੍ਰਮੁੱਖ TV ਚੈਨਲਾਂ 'ਤੇ ਇਸ ਵਿਸ਼ੇ ਸੰਬੰਧੀ ਬਹਿਸਾਂ ਦੀ ਲੜੀ ਛਿੜ ਪਈ। ਉਹਦੀ ਵੀ ਪੁੱਛ ਪੜਤੀ ਤੇ ਇੰਨੀ ਵੱਧ ਗਈ ਜਿਵੇਂ ਵਿਆਹ ਵਾਲੇ ਘਰ ਨੈਣ ਦੀ ਹੁੰਦੀ ਹੈ। ਉਹ ਹੁਣ ਪੰਜਾਬੀ ਸਾਹਿਤ ਦਾ ਹੀ ਨਹੀਂ ਬਲਕਿ ਨੈਸ਼ਨਲ ਪੱਧਰ ਦੇ ਲੇਖਕ ਵਜੋਂ ਜਾਣਿਆ ਜਾਣ ਲੱਗ ਪਿਆ। TV ਚੈਨਲਾਂ ਵਾਲੇ ਉਹਨੂੰ ਆਪਣੇ ਚੈਨਲ ਦੀ ਬਹਿਸ ਵਿੱਚ ਸ਼ਾਮਲ ਕਰਨ ਲਈ ਉਹਦੇ ਮਗਰ ਫਿਰਨ ਲੱਗੇ। ਸਰਾਧਾਂ ਵਾਲੇ ਪੰਡਤ ਵਾਂਗੂ ਇੱਕ ਦਿਨ 'ਚ 4 ਸਾਈਆਂ ਭੁਗਤਾਉਣ ਲੱਗਿਆ। ਭਾਜਪਾ ਦੇ ਕੱਟੜ ਸਮਰਥਕ ਤੇ ਤੇਜ਼ ਤਰਾਰ ਬੁਲਾਰੇ ਸੰਬਿਤ ਪਾਤਰਾ ਵਰਗਿਆਂ ਨੂੰ ਵੀ ਉਹਨੂੰ ਘੇਰਨ ਦਾ ਰਾਹ ਨਾ ਲੱਭਦਾ, ਅਤੇ ਇੱਕ ਚੈਨਲ ਦੀ ਬਹਿਸ ਦੌਰਾਨ ਤਾਂ ਉਹਨੇ ਇਕੱਲਿਆਂ ਹੀ 4 ਜਣਿਆਂ ਨਾਲ ਦਸਤ ਪੰਜਾ ਲਿਆ। ਉਹਨਾਂ ਹੀ ਦਿਨਾਂ 'ਚ ਪੰਜਾਬੀ ਭਵਨ ਲੁਧਿਆਣਾ ਵਿਖੇ ਵੀ ਦੇਸ਼ 'ਚ ਵੱਧ ਰਹੀ ਅਸਹਿਣਸ਼ੀਲਤਾ ਦੇ ਸੰਬੰਧ 'ਚ ਹੋਏ ਇੱਕ ਸੈਮੀਨਾਰ 'ਚ ਉਹਨੂੰ ਵਿਸ਼ੇਸ਼ ਵਕਤੇ ਦੇ ਤੌਰ 'ਤੇ ਬੁਲਾਇਆ ਗਿਆ। ਉਹਦੇ ਅੱਧੇ ਕੁ ਘੰਟੇ ਦੇ ਦਿਲਚਸਪ ਲੈਕਚਰ ਨੂੰ ਸਰੋਤੇ, ਜਿਨ੍ਹਾਂ ਵਿੱਚ ਬਹੁਤੇ ਲੇਖਕ ਹੀ ਸਨ, ਮੰਤਰ ਮੁਗਧ ਹੋਏ ਸੁਣਦੇ ਰਹੇ।
ਸਮਾਗਮ ਸਮਾਪਤ ਹੋਣ ਤੋਂ ਬਾਅਦ ਮੈਂ ਤੇ ਕੋਟਕਪੁਰੇ ਦੇ ਕਹਾਣੀਕਾਰ ਜ਼ੋਰਾ ਸਿੰਘ ਸੰਧੂ ਵਾਪਸ ਆ ਰਹੇ ਸੀ ਤਾਂ ਰਾਹ 'ਚੋਂ ਕਹਿਣ ਲੱਗੇ, ਯਾਰ ਭੁੱਲਰ ਭੁੱਲਰ ਹੀ ਹੈ। ਜਿਵੇਂ ਦਿਲਚਸਪ ਵਾਰਤਕ ਲਿਖਦਾ ਉਸੇ ਤਰ੍ਹਾਂ ਲੈਕਚਰ ਵੀ ਦਿਲਚਸਪ ਹੁੰਦਾ ਹੈ। ਉਹ ਵਾਕਈ ਸ਼ਬਦਾਂ ਦਾ ਜਾਦੂਗਰ ਹੈ। ਪੰਜਾਬ ਦਾ ਕੋਈ ਹੋਰ ਲੇਖਕ ਨਹੀਂ ਉਹਦੀ ਰੀਸ ਕਰ ਸਕਦਾ। ਜ਼ੋਰਾ ਸਿੰਘ ਸੰਧੂ ਦਾ ਜਵਾਈ ਪੰਜਾਬ ਰੋਡਵੇਜ਼ ਦਾ ਜਨਰਲ ਮੈਨੇਜਰ ਹੈ। ਅੱਜ ਕਾਰ ਉਹਦਾ ਡਰਾਈਵਰ ਹੀ ਚਲਾ ਰਿਹਾ ਸੀ। ਪੱਕੀ ਉਮਰ ਦਾ ਇਹ ਡਰਾਈਵਰ ਬਹੁਤ ਹੀ ਗੱਲੜੀ ਹੈ। ਉਹਨੇ ਘਾਟ ਦਾ ਪਾਣੀ ਪੀਤਾ ਹੋਇਆ ਕਾਰ 'ਚ ਬੈਠਣ ਦੀ ਬਜਾਏ ਉਹ ਵੀ ਅੱਜ ਦੇ ਸਮਾਗਮ 'ਚ ਸਾਡੇ ਨਾਲ ਹੀ ਜਾ ਬੈਠਾ ਸੀ। ਸਾਡੀਆਂ ਗੱਲਾਂ ਸੁਣ ਕੇ ਬੋਲਿਆ, ਤੁਸੀਂ ਭੁੱਲਰ ਭੁੱਲਰ ਕਰੀ ਜਾਂਦੇ ਹੋ। ਮੈਨੂੰ ਤਾਂ ਉਹ ਬੰਦਾ ਜੱਟ ਲੱਗਿਆ ਹੀ ਨਹੀਂ, ਭਾਪਾ ਲੱਗਦਾ ਸੀ। ਤੂੰ ਵੀ ਸੱਚਾਂ ਛੋਟੇ ਭਾਈ। ਅੱਧੀ ਸਦੀ ਤੋਂ ਵੱਧ ਹੋ ਗਿਆ ਉਹਨੂੰ ਦਿੱਲੀ 'ਚ ਭਾਪਿਆਂ ਦੇ ਨਾਲ ਰਹਿੰਦੇ ਨੂੰ। ਉਹਨਾਂ ਵਰਗਾ ਹੀ ਲੱਗਣਾ। ਜ਼ੋਰਾ ਸਿੰਘ ਸੰਧੂ ਨੇ ਆਪਣੇ ਡਰਾਈਵਰ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, ਯਾਰ ਜੇ ਤੂੰ ਇਹ ਗੱਲ ਸਾਨੂੰ ਉੱਥੇ ਦੱਸ ਦਿੰਦਾ ਤਾਂ ਤੇਰੀ ਸ਼ੰਕਾ ਅਸੀਂ ਉੱਥੇ ਹੀ ਨਿਵਰਤ ਕਰ ਦਿੰਦੇ। ਭਾਪੇ ਘੁੱਗੀ ਨੂੰ ਘੁੱਗੀ ਨਹੀਂ ਕਹਿ ਸਕਦੇ, ਉਹ ਹਮੇਸ਼ਾ ਗੁੱਗੀ ਕਹਿਣਗੇ। ਆਪਾਂ ਭੁੱਲਰ ਨੂੰ ਕਹਿ ਦਿੰਦੇ, ਤੂੰ ਸਾਨੂੰ ਘੁੱਗੀ ਕਹਿ ਕੇ ਵਿਖਾ। ਮੈਂ ਕਿਹਾ ਤਾਂ ਉਹਨੇ ਸਟੀਅਰਿੰਗ ਤੋਂ ਹੱਥ ਛੱਡ ਕੇ ਤਾੜੀ ਮਾਰੀ ਤੇ ਕਿੰਨੀ ਦੇਰ ਤੱਕ ਹੱਸਦਾ ਹੀ ਰਿਹਾ। ਭੁੱਲਰ ਭਾਵੇਂ 50 ਸਾਲ ਤੋਂ ਦਿੱਲੀ 'ਚ ਰਹਿ ਰਿਹਾ ਪਰ ਉਹਨੂੰ ਭਾਪਿਆਂ ਜਾਂ ਹੋਰਾਂ ਦਾ ਭੋਰਾ ਪਾ ਨਹੀਂ ਲੱਗਿਆ। ਉਹਦੀ ਚਾਲ ਢਾਲ, ਬੋਲ ਚਾਲ, ਰਹਿਣੀ ਬਹਿਣੀ, ਤੌਰ ਤਰੀਕਾ ਸਭ ਕੁਝ ਅਜੇ ਵੀ ਮਲਵਈ ਜੱਟਾਂ ਵਾਲਾ ਹੀ ਹੈ। ਜਦੋਂ ਸਿਕੰਦਰੇ ਆਜ਼ਮ ਫਿਲਮ ਬਣ ਰਹੀ ਸੀ ਤਾਂ ਦਾਰਾ ਸਿੰਘ ਇਸ 'ਚ ਸਿਕੰਦਰ ਦਾ ਰੋਲ ਕਰ ਰਿਹਾ ਸੀ। ਉਹ ਉਰਦੂ ਦੇ ਡਾਇਲਾਗ ਪੰਜਾਬੀ ਲਹਿਜੇ 'ਚ ਹੀ ਬੋਲਦਾ ਸੀ। ਡਾਇਰੈਕਟਰ ਨੇ ਦਾਰਾ ਸਿੰਘ ਦੀ 1 ਮਹੀਨੇ ਦੀ ਉਰਦੂ ਸਿੱਖਣ ਦੀ ਟਿਊਸ਼ਨ ਰਖਵਾ ਦਿੱਤੀ। ਮਹੀਨੇ ਕੁ ਬਾਅਦ ਉਹਨੇ ਟਿਊਟਰ ਨੂੰ ਪੁੱਛਿਆ ਕਿ ਹਾਂ ਬਈ ਦਾਰਾ ਸਿੰਘ ਨੂੰ ਉਰਦੂ ਆ ਗਈ। ਟਿਊਟਰ ਨੇ ਜਵਾਬ ਦਿੱਤਾ ਕਿ ਜੀ ਦਾਰਾ ਸਿੰਘ ਨੂੰ ਤਾਂ ਉਰਦੂ ਨਹੀਂ ਆਈ ਪਰ ਮੈਨੂੰ ਪੰਜਾਬੀ ਆ ਗਈ ਹੈ। ਉਸੇ ਤਰ੍ਹਾਂ ਭੁੱਲਰ ਨੂੰ ਵੀ ਦਿੱਲੀ ਰਹਿੰਦਿਆਂ ਹਿੰਦੀ ਨਹੀਂ ਆਈ ਪਰ ਉਹਦੇ ਗੁਆਂਢੀ ਜ਼ਰੂਰ ਪੰਜਾਬੀ ਸਿੱਖ ਗਏ। TV ਚੈਨਲਾਂ 'ਤੇ ਬਹਿਸ ਕਰਦਿਆਂ ਉਹ ਹਿੰਦੀ ਵੀ ਪੰਜਾਬੀ ਲਹਿਜੇ 'ਚ ਬੋਲਦਾ ਸੀ ਅਤੇ ਕਈ ਵਾਰ ਤਾਂ ਮੌਕੇ 'ਤੇ ਹਿੰਦੀ ਦਾ ਸ਼ਬਦ ਨਾ ਔੜਨ 'ਤੇ ਪੰਜਾਬੀ ਦੇ ਸ਼ਬਦ ਹੀ ਵਰਤ ਲੈਂਦਾ ਸੀ। ਇੱਕ ਵਾਰ ਬਹਿਸ ਦੌਰਾਨ ਉਹ ਕਹਿ ਰਿਹਾ ਸੀ, ਇਹ ਜੋ ਹਮਾਰਾ ਪੰਜਾਬੀ ਸੱਭਿਆਚਾਰ ਹੈ, हमने अकादमी के पुरस्कार अपना विरोध प्रकट करने के लिए ही मोड़े हैं। ਉਸ ਦਾ ਜਨਮ ਮੰਡੀ ਰਾਮਪੁਰ ਫੂਲ ਦੇ ਚੜ੍ਹਦੇ ਵੱਲ 5 ਕਿਲੋਮੀਟਰ ਦੂਰ ਸਥਿਤ ਇੱਕ ਗੁੰਮਨਾਮ ਜਿਹੇ ਪਿੰਡ ਪਿੱਥੋ 'ਚ ਹੋਇਆ। ਇਹ ਪਿੰਡ ਉਹਨਾਂ ਸਮਿਆਂ 'ਚ ਸਿਰਫ 50 ਕਿਲੋਮੀਟਰ ਦੇ ਘੇਰੇ 'ਚ ਹੀ ਜਾਣਿਆ ਜਾਂਦਾ ਸੀ। ਪਰ ਜੇਕਰ ਭਾਈ ਕਾਹਨ ਸਿੰਘ ਨਾਭਾ ਆਪਣੇ ਨਾਂ ਨਾਲ ਨਾਭਾ ਦੀ ਬਜਾਏ ਪਿੱਥੋ ਜੋੜ ਲੈਂਦੇ ਤਾਂ ਇਹ ਪਿੰਡ ਉਦੋਂ ਤੋਂ ਹੀ ਮਸ਼ਹੂਰ ਹੋ ਜਾਂਦਾ। ਭਾਈ ਕਾਹਨ ਸਿੰਘ ਨਾਭਾ ਦਾ ਪਿੱਛਾ ਪਿੱਥੋ ਦਾ ਹੀ ਹੈ। ਇਸ ਪਿੰਡ ਦੀਆਂ ਜੂਹਾਂ 'ਚ ਖੇਲਦੇ ਮੌਲਦੇ ਹੋਏ ਭੁੱਲਰ ਨੇ ਪਿੰਡ ਦੇ ਸਕੂਲ 'ਚੋਂ 4 ਜਮਾਤਾਂ ਪਾਸ ਕੀਤੀਆਂ ਅਤੇ ਅਗਲੀਆਂ 6 ਮੰਡੀ ਰਾਮਪੁਰਾ ਤੋਂ। 10ਵੀਂ ਤੱਕ ਪਹੁੰਚਦੇ ਉਹਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਹ ਪੜ੍ਹਾਈ 'ਚ ਕਿਸੇ ਤੋਂ ਵੀ ਘੱਟ ਨਹੀਂ ਹੈ। 10ਵੀਂ 'ਚ ਚੰਗੇ ਨੰਬਰ ਪ੍ਰਾਪਤ ਕਰਕੇ ਉਹਨੇ ਨਾਨ ਮੈਡੀਕਲ ਗਰੁੱਪ ਲੈ ਕੇ DM ਕਾਲਜ ਮੋਗੇ ਦਾਖਲਾ ਲੈ ਲਿਆ। ਉਸ ਸਮੇਂ ਪੇਂਡੂ ਵਿਦਿਆਰਥੀ ਸਾਇੰਸ ਗਰੁੱਪ ਰੱਖਣ ਤੋਂ ਇਸ ਤਰ੍ਹਾਂ ਚੱਲਦੇ ਸੀ ਜਿਵੇਂ ਕਾਂ ਗੁਲੇਲੇ ਤੋਂ। 2 ਨੰਬਰ ਘੱਟ ਰਹਿ ਜਾਣ ਕਾਰਨ ਉਹਨੂੰ ਇੰਜੀਨੀਅਰ ਬਣਨ ਦਾ ਮੌਕਾ ਤਾਂ ਨਾ ਮਿਲ ਸਕਿਆ ਪਰ ਉਹ FSC ਕਰਨ ਤੋਂ ਬਾਅਦ ਸਰਕਾਰੀ ਸਕੂਲਾਂ 'ਚ ਪ੍ਰਾਇਮਰੀ ਅਧਿਆਪਕ ਜਾ ਲੱਗਿਆ। ਸਰਵਿਸ ਦੌਰਾਨ ਹੀ ਉਹਨੇ ਸਮੇਂ ਦੀ ਚਾਲ ਮੁਤਾਬਕ ਵਾਇਆ ਬਠਿੰਡਾ BA ਕੀਤੀ। ਪ੍ਰਾਈਵੇਟ ਤੌਰ 'ਤੇ MA ਵੀ ਚੰਗੇ ਨੰਬਰਾਂ 'ਚ ਪਾਸ ਕਰ ਲਈ ਅਤੇ ਜਦੋਂ ਰਾਮਪੁਰੇ ਸਕੂਲ 'ਚ ਪੜ੍ਹਦਾ ਸੀ ਤਾਂ ਪਿਤਾ ਜੀ ਫੌਜ 'ਚੋਂ ਸੇਵਾ ਮੁਕਤ ਹੋ ਕੇ ਘਰ ਆ ਗਏ ਸੀ। ਉਹ ਰੋਜ਼ਾਨਾ ਦਾ ਅਖਬਾਰ ਪੜ੍ਹਨ ਗਿੱਝੇ ਸੀ ਅਤੇ ਉਹ ਪ੍ਰੀਤ ਲੜੀ ਦੇ ਵੀ ਪੱਕੇ ਪਾਠਕ ਸੀ। ਘਰ 'ਚ ਹੋਰ ਵੀ ਕਿਤਾਬਾਂ ਮੌਜੂਦ ਰਹਿੰਦੀਆਂ ਸੀ ਅਤੇ ਉਹਨੂੰ ਬਚਪਨ ਤੋਂ ਕਿਤਾਬਾਂ ਰਸਾਲੇ ਪੜ੍ਹਨ ਦੀ ਆਦਤ ਪੈ ਗਈ ਸੀ। ਜਿਹੜੇ ਬੱਚੇ ਬਚਪਨ ਤੋਂ ਹੀ ਕਿਤਾਬਾਂ ਨਾਲ ਮੋਹ ਪਾਲ ਲੈਂਦੇ ਹੈ ਉਹ ਵੱਡੇ ਹੋ ਕੇ ਅਕਸਰ ਹੀ ਲੇਖਕ ਬਣ ਜਾਂਦੇ ਹੈ। ਉਸ ਵਿੱਚ ਵੀ ਲੇਖਕ ਬਣਨ ਦੇ ਬੀਜ ਬੀਜੇ ਗਏ ਸਨ ਅਤੇ ਜਦੋਂ ਜੈਤੋ ਮੰਡੀ ਦੇ ਲਾਗਲੇ ਪਿੰਡ ਸੇਵੇਵਾਲਾ ਵਿਖੇ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਿਹਾ ਸੀ ਤਾਂ ਉਹਨੇ ਸਾਹਿਤ ਸਭਾ ਜੈਤੋ ਦੇ ਗਠਨ 'ਚ ਅਹਿਮ ਭੂਮਿਕਾ ਨਿਭਾਈ। ਪ੍ਰੋਫੈਸਰ ਗੁਰਦਿਆਲ ਸਿੰਘ, ਦੀਪਕ ਜੈਤੋਈ, ਬਲਬੀਰ ਜਿਗਰੀ ਆਦਿ ਸਾਹਿਤ ਸਭਾ ਦੇ ਮੁੱਢਲੇ ਮੈਂਬਰ ਸਨ। ਦੇਸ਼ ਭਗਤੀ ਦੇ ਇਸ ਦੌਰ 'ਚ ਅਮਨ ਦੀ ਘੁੱਗੀ ਬਾਰੇ ਭੁੱਲਰ ਦੀ ਕਵਿਤਾ ਪ੍ਰੀਤ ਲੜੀ ਦੇ ਪੂਰੇ ਪੰਨੇ 'ਤੇ ਬੜੀ ਸੋਹਣੀ ਤਰ੍ਹਾਂ ਛਪ ਗਈ ਤਾਂ ਉਹ ਸਾਹਿਤ ਸਭਾ ਦੇ ਦੂਜੇ ਸਾਥੀ ਮੈਂਬਰਾਂ ਨਾਲੋਂ ਆਪਣੇ ਆਪ ਨੂੰ ਸੀਨੀਅਰ ਲੇਖਕ ਸਮਝਣ ਲੱਗ ਪਿਆ ਕਿਉਂਕਿ ਉਸ ਸਮੇਂ ਪ੍ਰੀਤ ਲੜੀ 'ਚ ਛਪ ਜਾਣਾ ਹੀ ਲੇਖਕ ਹੋਣ ਦਾ ਪੱਕਾ ਸਰਟੀਫਿਕੇਟ ਹੁੰਦਾ ਸੀ। ਉਸ ਸਮੇਂ ਗੁਰਦਿਆਲ ਸਿੰਘ ਲਿਖਦਾ ਨਹੀਂ ਸੀ, ਸਿਰਫ ਆਪਣੀ ਰਾਏ ਹੀ ਸਭਾ 'ਚ ਦਿੰਦਾ ਹੁੰਦਾ ਸੀ ਅਤੇ ਭੁੱਲਰ ਉਹਨੂੰ ਬਾਰ-ਬਾਰ ਕੁਝ ਨਾ ਕੁਝ ਲਿਖਣ ਲਈ ਪ੍ਰੇਰਦਾ ਰਹਿੰਦਾ ਸੀ। ਅਤੇ ਜਦੋਂ ਗੁਰਦਿਆਲ ਸਿੰਘ ਦੀਆਂ ਵੀ ਰਚਨਾਵਾਂ ਛਪਣ ਲੱਗ ਪਈਆਂ ਤਾਂ ਭੁੱਲਰ ਨੇ ਆਪਣੇ ਆਪ ਨੂੰ ਗੁਰਦਿਆਲ ਸਿੰਘ ਦਾ ਗੁਰੂ ਐਲਾਨ ਦਿੱਤਾ। ਉਹ ਤੋਂ ਬਾਅਦ ਗੁਰਦਿਆਲ ਸਿੰਘ ਦੀ ਗੁੱਡੀ ਬੜੀ ਤੇਜ਼ੀ ਨਾਲ ਪੰਜਾਬੀ ਸਾਹਿਤ ਜਗਤ ਦੇ ਆਕਾਸ਼ 'ਚ ਜਾ ਚੜ੍ਹੀ। ਕੁਝ ਸਾਲਾਂ ਬਾਅਦ 1975 'ਚ ਜਦੋਂ ਉਹਨੂੰ ਭਾਰਤੀ ਸਾਹਿਤ ਅਕੈਡਮੀ ਦਾ ਸਰਵੋਤਮ ਸਾਹਿਤਕ ਪੁਰਸਕਾਰ ਮਿਲ ਗਿਆ ਤਾਂ ਭੁੱਲਰ ਨੂੰ ਜਾਪਿਆ ਜਿਵੇਂ ਗੁਰਦਿਆਲ ਸਿੰਘ ਉਹ ਤੋਂ ਅੱਗੇ ਲੰਘ ਗਿਆ।
ਆਪਣੇ ਅੰਤਰ ਆਤਮਾ ਦੀ ਆਵਾਜ਼ ਨਾਲ ਹੁਣ ਭੁੱਲਰ ਗੁਰਦਿਆਲ ਸਿੰਘ ਨੂੰ ਗੁਰੂ ਮੰਨਣ ਲੱਗ ਪਿਆ। ਆਪ ਹੀ ਗੁਰੂ ਬਣਿਆ ਸੀ, ਆਪ ਹੀ ਚੇਲਾ ਬਣ ਗਿਆ। ਉਹਨਾਂ ਦੋਵਾਂ ਦੀ ਦੋਸਤੀ ਬਹੁਤ ਸਾਲਾਂ ਤੀਕ ਵਧੀਆ ਨਿਭਦੀ ਰਹੀ ਤੇ ਭਰਾਵਾਂ ਵਾਂਗ ਚਿੱਠੀ ਪੱਤਰ ਵੀ ਚੱਲਦਾ ਰਿਹਾ। ਦਿੱਲੀ ਵਿੱਚ ਗੁਰਦਿਆਲ ਸਿੰਘ ਦੀ ਠਹਿਰ ਹਮੇਸ਼ਾ ਹੀ ਭੁੱਲਰ ਦੇ ਘਰ ਹੁੰਦੀ ਸੀ, ਪਰ ਹੌਲੀ-ਹੌਲੀ ਉਹਨਾਂ ਦੀ ਦੋਸਤੀ 'ਚ ਦਰਾਰ ਪੈਣੀ ਸ਼ੁਰੂ ਹੋ ਗਈ ਤੇ ਗੁਰਦਿਆਲ ਸਿੰਘ ਭੁੱਲਰ ਦੇ ਘਰ ਦਾ ਰਸਤਾ ਹੀ ਭੁੱਲ ਗਿਆ। ਮੇਰੇ ਪਹਿਲੇ ਖੱਤ ਦੇ ਜਵਾਬ 'ਚ ਭੁੱਲਰ ਦਾ ਸੁਨੇਹਾ ਗੁਰਦਿਆਲ ਸਿੰਘ ਦੇ ਨਾਂ ਇਸ ਤਰ੍ਹਾਂ ਸੀ: ਪਿਛਲੇ ਐਤਵਾਰ ਇੱਕ ਪੜਛੱਤੀ ਉੱਤੇ ਪੁਰਾਣੇ ਬਾਲਟੀਆਂ, ਪੀਪੇ ਤੇ ਟੁੱਟੇ ਮੰਜੇ ਪੀੜ੍ਹੀਆਂ ਫਰੋਲਦਿਆਂ ਗੁਰਦਿਆਲ ਸਿੰਘ ਦਾ ਖਾਲੀ ਸੂਟਕੇਸ ਮਿਲ ਗਿਆ ਹੈ। ਹੁਣ ਜਦੋਂ ਕੋਈ ਇੱਧਰ ਆਇਆ ਗਿਆ ਉਹਦੇ ਹੱਥ ਭੇਜ ਦੇਵਾਂਗੇ, ਪੂੰਝ ਸਵਾਰ ਕੇ ਫੇਰ ਖਰਾਬ ਹੋਣ ਵਾਸਤੇ ਉੱਥੇ ਪੜਛੱਤੀ ਉੱਤੇ ਹੀ ਸਾਂਭ ਕੇ ਰੱਖ ਦਿੱਤਾ ਹੈ। ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਣ ਤੇ ਸਾਹਿਤਿਕ ਸੱਤ ਕੋਟਕਪੁਰਾ ਵੱਲੋਂ ਗੁਰਦਿਆਲ ਸਿੰਘ ਦੇ ਸਨਮਾਨ ਸਮਾਰੋਹ ਸਮੇਂ ਜਾਰੀ ਕੀਤੇ ਗਏ ਸੋਵੀਨਰ 'ਚ ਭੁੱਲਰ ਨੇ ਗੁਰਦਿਆਲ ਸਿੰਘ ਬਾਰੇ ਲਿਖਿਆ ਸੀ: ਸਾਹਿਤ ਸਭਾ ਜੈਤੋ ਦੀਆਂ ਇਕੱਤਰਤਾਵਾਂ 'ਚ ਅਸੀਂ ਸਾਰੇ ਮੈਂਬਰ ਸਾਹਿਤਿਕ ਤੇਗਾਂ ਬੜੇ ਕਾਹਲੇ ਪੈ ਵਾਹਿਆ ਕਰਦੇ ਸੀ, ਪਰ ਇੱਕ ਮੈਂਬਰ ਅਜਿਹਾ ਹੁੰਦਾ ਸੀ ਜੋ ਚੁੱਪ ਕਰਕੇ ਸੁਣਦਾ ਰਹਿੰਦਾ ਸੀ ਤੇ ਕਦੀ-ਕਦੀ ਦੂਜਿਆਂ ਦੀਆਂ ਰਚਨਾਵਾਂ ਬਾਰੇ ਬਸ ਆਪਣੀ ਰਾਏ ਦੇ ਛੱਡਦਾ ਸੀ, ਜੋ ਅਕਸਰ ਨਿੱਗਰ ਹੁੰਦੀ ਸੀ। ਸਭਾ ਦੀ ਇਕੱਤਰਤਾ 'ਚ ਦਰੀ ਉੱਤੇ ਬੈਠਿਆਂ ਉਹਦਾ ਖੱਬਾ ਗੋਡਾ ਧਰਤੀ ਉੱਤੇ ਟਿਕਿਆ ਹੁੰਦਾ ਸੀ ਤੇ ਸੱਜਾ ਕੰਨ ਕੋਲੋਂ ਦੀ ਸਿਰ ਤੋਂ ਉੱਚਾ ਉੱਠਿਆ ਹੋਇਆ ਹੁੰਦਾ ਸੀ। ਨੀਲੀ ਪਾਪਲੀਨ ਦੀ ਕਮੀਜ਼ ਤੇ ਚਿੱਟਾ ਖੁੱਲ੍ਹੇ ਪਹੁੰਚਿਆਂ ਵਾਲਾ ਪਜਾਮਾ ਉਹ ਹੱਥ ਦੀਆਂ ਉਂਗਲਾਂ ਨਾਲ ਆਪਣੇ ਗੋਰੇ-ਗੋਰੇ ਗਿੱਟੇ ਠਕੋਰਦਾ ਰਹਿੰਦਾ। ਮੈਨੂੰ ਹਮੇਸ਼ਾ ਲੱਗਦਾ ਕਿ ਲੰਮਾ ਆਦਮੀ ਆਪਣੇ ਗਿੱਟਿਆਂ ਵਿਚਲੀ ਰਵਾਇਤੀ ਅਕਲ ਨੂੰ ਠੋਲੇ ਮਾਰ-ਮਾਰ ਕੇ ਛੇੜ ਰਿਹਾ ਹੈ। ਇਹ ਲੰਮਾ ਆਦਮੀ ਗੁਰਦਿਆਲ ਸਿੰਘ ਸੀ। ਭੁੱਲਰ ਤੇ ਗੁਰਦਿਆਲ ਸਿੰਘ ਦੀ ਦੋਸਤੀ 'ਚ ਦਰਾਰ ਕਦੋਂ ਤੇ ਕਿਵੇਂ ਪਈ ਇਹ ਤਾਂ ਉਹੀ ਦੱਸ ਸਕਦੇ ਆ, ਪਰ ਭਾਸ਼ਾ ਵਾਲੀ ਬਹਿਸ ਜੋ ਹੁਣ ਵਿੱਚ ਛਪਦੀ ਰਹੀ ਉਹਨਾਂ ਦੀ ਦੋਸਤੀ ਦੇ ਤਾਬੂ 'ਚ ਆਖਰੀ ਕਿੱਲ ਦਾ ਕੰਮ ਜ਼ਰੂਰ ਕੀਤਾ। ਪ੍ਰੋਫੈਸਰ ਗੁਰਦਿਆਲ ਸਿੰਘ ਦਾ ਰੇਖਾ ਚਿੱਤਰ ਪੜ੍ਹ ਕੇ ਭੁੱਲਰ ਨੇ ਮੈਨੂੰ ਫੋਨ ਕੀਤਾ ਸੀ। ਤੂੰ ਗੁਰਦਿਆਲ ਸਿੰਘ ਬਾਰੇ ਬਿਲਕੁਲ ਠੀਕ ਲਿਖਿਆ। ਉਹ ਦੂਜਿਆਂ ਦੇ ਦੁੱਖ ਦਰਦ ਨੂੰ ਹਮੇਸ਼ਾ ਹੀ ਘਟਾ ਕੇ ਤੇ ਆਪਣੇ ਨੂੰ ਵਧਾ ਚੜ੍ਹਾ ਕੇ ਦੱਸਦਾ ਸੀ। ਯਾਰ ਤੂੰ ਮੈਨੂੰ ਫੋਨ ਕਰ ਲੈਣਾ ਸੀ, ਉਸ ਬਾਰੇ ਤੈਨੂੰ ਮੈਂ ਹੋਰ ਵੀ ਗੱਲਾਂ ਦੱਸਦਾ। ਮਰਹੂਮ ਰਾਮ ਸਰੂਪ ਅਣਖੀ ਨਾਲ ਵੀ ਭੁੱਲਰ ਦੀ 40 ਸਾਲਾਂ ਤੋਂ ਚੱਲੀ ਆ ਰਹੀ ਦੋਸਤੀ ਇਸੇ ਤਰ੍ਹਾਂ ਹੀ ਟੁੱਟ ਗਈ ਸੀ। ਅਸਲ ਕਾਰਨ ਦੋਵਾਂ ਵਿੱਚੋਂ ਕਿਸੇ ਨੇ ਵੀ ਨਹੀਂ ਦੱਸਿਆ। ਭੁੱਲਰ ਮੁਤਾਬਿਕ ਤਾਂ ਇਹ ਦੋਸਤੀ ਅਣਖੀ ਨੇ ਖੁਦ ਤੋੜੀ ਸੀ, ਕਿਉਂਕਿ 40 ਸਾਲ ਤੋਂ ਵੱਧ ਪੁਰਾਣੀਆਂ ਦੋਸਤੀਆਂ ਨੂੰ ਉਹ ਝਾਰ ਨਹੀਂ ਲਾ ਦਿੰਦਾ ਸੀ। ਜਿਵੇਂ ਭੂਰੀ ਗਵਾਚੀ ਵਾਲੇ ਸਾਧ ਨੇ ਕਿਹਾ ਕਿ ਮੇਲਾ ਮੂਲਾ ਕੋਈ ਨਹੀਂ ਸੀ, ਇਹ ਤਾਂ ਸਾਧ ਦੀ ਭੂਰੀ ਤੇ ਇਕੱਠ ਸੀ। ਇਸੇ ਤਰ੍ਹਾਂ ਆਪਣੀ ਸਵੈ ਜੀਵਨੀ ਮਲੇ ਝਾੜੀਆਂ 'ਚ ਰਾਮ ਸਰੂਪ ਅਣਖੀ ਨੇ ਲਿਖਿਆ ਹੈ ਕਿ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਸਾਜ਼ਿਸ਼ ਵਜੋਂ ਹੀ ਉਹਨੂੰ ਆਪਣਾ ਸੰਪਾਦਕ ਬਣਾਇਆ ਸੀ ਸਾਡੀ ਦੋਸਤੀ ਤੋੜਨ ਲਈ। ਜਦੋਂ 98-99 ਵਿੱਚ 2 ਸਾਲ ਲਈ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਸੀ ਤਾਂ ਉਹਨੇ ਅਨੇਕਾਂ ਹੀ ਸਥਾਪਤ ਤੇ ਨਵੇਂ ਲੇਖਕਾਂ ਜਿਵੇਂ ਮੋਹਨ ਭੰਡਾਰੀ, ਜਸਬੀਰ ਸਿੰਘ ਭੁੱਲਰ ਆਦਿ ਨੂੰ ਆਪਣੇ ਅਖਬਾਰ ਨਾਲ ਜੋੜ ਕੇ ਉਹਨਾਂ ਤੋਂ ਸਥਾਈ ਹਫ਼ਤਾਵਾਰੀ ਕਾਲਮ ਲਿਖਵਾਏ। ਪੰਜਾਬ ਦੇ ਪ੍ਰਸਿੱਧ ਅਰਥ ਸ਼ਾਸਤਰੀ ਨਿਰਮਲ ਸਿੰਘ ਆਜ਼ਾਦ ਨੇ ਪੰਜਾਬ ਦੀ ਆਰਥਿਕਤਾ ਬਾਰੇ ਲੇਖ ਲਿਖੇ। ਇੱਕ ਨੌਜਵਾਨ C.P. ਕੰਬੋਜ ਨੇ ਕੰਪਿਊਟਰ ਬਾਰੇ ਲੇਖ ਲੜੀਆਂ ਲਿਖੀਆਂ। ਨਿੰਦਰ ਘੁਗਿਆਣਵੀ ਦੀ ਦਿਲਚਸਪ ਲੇਖ ਲੜੀ ਮੈਂ ਸਾਂ ਜੱਜ ਦਾ ਅਰਦਲੀ ਵੀ ਉਹਨੇ ਹੀ ਛਾਪਣੀ ਸ਼ੁਰੂ ਕੀਤੀ ਸੀ। ਨਿੰਦਰ ਦਾ ਕਹਿਣਾ ਹੈ ਕਿ ਜੇ ਭੁੱਲਰ ਅੰਕਲ ਉਹਦੀ ਇਹ ਲੇਖ ਲੜੀ ਨਾ ਛਾਪਦਾ ਤਾਂ ਅੱਜ ਵਾਲੇ ਮੁਕਾਮ 'ਤੇ ਸ਼ਾਇਦ ਨਾ ਹੀ ਪਹੁੰਚਦਾ। ਉਸ ਸਮੇਂ ਭੁੱਲਰ ਦੇ ਆਪਣੇ ਸਾਹਿਤਿਕ ਰੰਗ ਵਿੱਚ ਰੰਗੇ ਸਪਤਾਹਿਕ ਸੰਪਾਦਕੀ ਵੀ ਪਾਠਕਾਂ 'ਚ ਬੇਹੱਦ ਮਕਬੂਲ ਹੋਏ ਤੇ ਅਖਬਾਰ ਦੀ ਛਪਣ ਗਿਣਤੀ ਵਿੱਚ ਵੀ ਚੋਖਾ ਵਾਧਾ ਹੋਇਆ। ਇਸ ਸਮੇਂ ਦੌਰਾਨ ਉਹਦਾ ਪਾਠਕੀ ਘੇਰਾ ਵੀ ਹੋਰ ਵਿਸ਼ਾਲ ਹੋਇਆ। ਨਵੀਆਂ ਯਾਰੀਆਂ ਦੋਸਤੀਆਂ ਬਣੀਆਂ, ਕਈਆਂ ਦੀਆਂ ਉਹਨੂੰ ਨਾਰਾਜ਼ਗੀਆਂ ਵੀ ਸਹੇੜਨੀਆਂ ਪਈਆਂ। ਮਾਲਵੇ ਦੀ ਇੱਕ ਨਵੀਂ ਚਰਚਿਤ ਹੋਈ ਕਹਾਣੀਕਾਰਾਂ ਦੇ ਦਿਲ 'ਚ ਪੱਤਰਕਾਰ ਬਣਨ ਦਾ ਸ਼ੌਕ ਜਾਗਿਆ ਤਾਂ ਆਪਣੇ ਇੱਕ ਯੂਨੀਵਰਸਿਟੀ ਦੇ ਡਾਕਟਰ ਦੋਸਤ ਨੂੰ ਨਾਲ ਲੈ ਕੇ ਉਹਦੇ ਦਫ਼ਤਰ ਜਾ ਪਹੁੰਚੀ। ਭੁੱਲਰ ਨੇ ਕਿਹਾ, ਬੀਬਾ ਮੈਂ ਉੱਥੇ ਪਹਿਲਾਂ ਕੰਮ ਕਰ ਰਹੇ ਬਜ਼ੁਰਗ ਪੱਤਰਕਾਰ ਨੂੰ ਤਾਂ ਹਟਾ ਨਹੀਂ ਸਕਦਾ, ਪਰ ਇੱਕ ਰਾਹ ਹੈਗਾ। ਲੇਖਕਾਂ ਦੀਆਂ ਅੱਖਾਂ ਚਮਕ ਆ ਗਈ ਤਾਂ ਕੁਝ ਪਲ ਰੁਕ ਕੇ ਉਹਨੇ ਰਾਹ ਦੱਸ ਦਿੱਤਾ। ਉਹ ਬਜ਼ੁਰਗ ਰੋਜ਼ਾਨਾ ਗੁਰਦੁਆਰੇ ਜਾਂਦਾ, ਸਰੋਵਰ ਦੀ ਪਰਿਕਰਮਾ ਕਰਦਾ, ਤੂੰ ਬਸ ਉਹਨੂੰ ਸਰੋਵਰ 'ਚ ਧੱਕਾ ਦੇ ਆ। ਬਾਅਦ 'ਚੋਂ ਲੇਖਕਾ ਦੱਸ ਰਹੀ ਸੀ ਭੁੱਲਰ ਮੈਨੂੰ ਕਹਿੰਦਾ ਹੈ, ਇਸ ਸਿਫਾਰਸ਼ੀ ਨੂੰ ਕਿਉਂ ਨਾਲ ਲਿਆਈ, ਕੱਲੀ ਆਉਂਦੀ ਤਾਂ ਮੈਂ ਰੱਖ ਵੀ ਲੈਂਦਾ। ਜੋਤਿਸ਼ ਵਿਦਿਆ ਅਨੁਸਾਰ ਜੇਕਰ ਮਨੁੱਖੀ ਹੱਥਾਂ 'ਤੇ ਲਾਈਨ ਆਫ ਲਾਈਫ ਵਾਂਗ ਨੌਕਰੀ ਵਾਲੀ ਵੀ ਕੋਈ ਰੇਖਾ ਹੁੰਦੀ ਤਾਂ ਭੁੱਲਰ ਦੀ ਇਹ ਲਾਈਨ ਆਫ ਨੌਕਰੀ 2-3 ਥਾਵਾਂ ਤੋਂ ਟੁੱਟੀ ਹੋਣੀ ਸੀ। ਅਧਿਆਪਕ ਯੂਨੀਅਨ ਦਾ ਸਰਗਰਮ ਕਾਰਕੁਨ ਹੋਣ ਦੇ ਨਾਤੇ ਉਹਨੂੰ ਮੱਖਣ ਵਿੱਚੋਂ ਵਾਲ ਕੱਢਣ ਵਾਂਗ
ਸਰਕਾਰੀ ਨੌਕਰੀ ਤੋਂ ਕੱਢ ਦਿੱਤਾ ਗਿਆ। ਪਰ ਜਦੋਂ ਕਿਸਮਤ ਇੱਕ ਰਾਹ ਬੰਦ ਕਰ ਦਿੰਦੀ ਹੈ, ਦੂਜਾ ਰਾਹ ਵੀ ਨਾਲ ਹੀ ਖੋਲ੍ਹ ਦਿੰਦੀ ਹੈ। ਭੁੱਲਰ ਲਈ ਜੋ ਦੂਸਰਾ ਰਾਹ ਖੁੱਲ੍ਹਿਆ ਉਹ ਬਹੁਤ ਹੀ ਮੋਕਲਾ ਸੀ। ਉਹਨੂੰ ਮੌਲਣ ਵਿਕਸਣ 'ਤੇ ਖੂਬ ਮੌਕੇ ਮਿਲਣੇ ਸੀ। ਉਹਨੂੰ ਸੋਵੀਅਤ ਯੂਨੀਅਨ ਦੇ ਦਿੱਲੀ 'ਚ ਸਥਿਤ ਦੂਤਾਵਾਸ ਦੇ ਸੂਚਨਾ ਵਿਭਾਗ ਵਿੱਚ ਪੱਕੀ ਨੌਕਰੀ ਮਿਲ ਗਈ। ਇੱਥੇ ਉਹਨੇ ਪਹਿਲਾਂ ਕੁਝ ਚਿਰ ਅਨੁਵਾਦਕ, ਬਾਅਦ ਵਿੱਚ ਲੰਮਾ ਸਮਾਂ ਸੰਪਾਦਕ ਦੇ ਪਦ 'ਤੇ ਕੰਮ ਕੀਤਾ। ਪਰ ਉਹਦੀ ਇਹ ਪੱਕੀ ਨੌਕਰੀ ਵੀ ਪੱਕੀ ਸਾਬਤ ਨਾ ਹੋਈ ਅਤੇ ਉਹਦੀ ਲਾਈਨ ਆਫ ਨੌਕਰੀ ਇੱਕ ਵਾਰੀ ਫੇਰ ਟੁੱਟ ਗਈ, ਜਦੋਂ ਉਹਨੂੰ ਨੌਕਰੀ ਦੇਣ ਵਾਲਾ ਸੋਵੀਅਤ ਯੂਨੀਅਨ ਖੁਦ ਹੀ ਟੁੱਟ ਗਿਆ ਸੀ। ਸੋਵੀਅਤ ਦੂਤਾਵਾਸ ਦੀ ਨੌਕਰੀ ਮਿਲਣ ਤੋਂ ਪਹਿਲਾਂ ਉਹਨੇ 1 ਸਾਲ ਰਾਮਪੁਰਾ ਮੰਡੀ ਦੇ ਪ੍ਰਾਈਵੇਟ ਸਕੂਲ 'ਚ ਪੜ੍ਹਾਇਆ ਸੀ ਅਤੇ 1 ਸਾਲ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਪ੍ਰਾਈਵੇਟ ਕਾਲਜ 'ਚ ਪ੍ਰੋਫੈਸਰੀ ਵੀ ਕਰ ਲਈ ਸੀ। ਪਰ ਇਹ ਅਸਥਾਈ ਨੌਕਰੀਆਂ ਸੀ। ਸੋਵੀਅਤ ਯੂਨੀਅਨ ਦੇ ਦੂਤਾਵਾਸ ਦੀ ਨੌਕਰੀ ਛੁੱਟ ਜਾਣਾ ਭੁੱਲਰ ਲਈ ਇੱਕ ਬਹੁਤ ਵੱਡਾ ਝਟਕਾ ਸੀ। ਆਪਣੇ 300 ਦੇ ਕਰੀਬ ਸਾਥੀਆਂ ਨਾਲੋਂ ਇੱਕ ਵਾਰ ਫੇਰ ਸੜਕ 'ਤੇ ਆ ਗਿਆ। ਯਾਰਾਂ ਦੋਸਤਾਂ ਦੇ ਹਮਦਰਦੀ ਭਰੇ ਖੱਤ ਆਏ। ਉਹਦੇ ਬੱਚਿਆਂ ਦੀ ਪੜ੍ਹਾਈ ਵੀ ਅੱਧ-ਵੱਟ ਹੀ ਸੀ ਅਤੇ ਉਹ ਕਿਸੇ ਤਨ ਪੱਤਣ ਨਹੀਂ ਸਨ ਲੱਗੇ। ਪ੍ਰੋਫੈਸਰ ਗੁਰਦਿਆਲ ਸਿੰਘ ਨੇ ਉਹਨੂੰ ਲਿਖੇ ਹਮਦਰਦੀ ਪੱਤਰ 'ਚ ਪੁੱਛਿਆ ਕਿ ਹੁਣ ਕੀ ਕਰੇਗਾ। ਉਸ ਖੱਤ ਦੇ ਜਵਾਬ 'ਚ ਭੁੱਲਰ ਨੇ ਲਿਖਿਆ ਸੀ, ਫਿਲਹਾਲ ਤਾਂ ਜੋ ਜੋੜੀ ਪੂੰਜੀ ਹੈ ਉਹ ਤੋਂ 1000 ਕੁ ਰੁਪਏ ਮਹੀਨਾ ਵਿਆਜ ਆ ਜਾਇਆ ਕਰੂ, ਉਸੇ ਨਾਲ ਹੀ ਤੋਰੀ ਫੁਲਕਾ ਚਲਾਵਾਂਗੇ। ਪ੍ਰੋਫੈਸਰ ਸਾਹਿਬ ਦਾ ਫੇਰ ਉਹਨੂੰ ਹੌਸਲਾ ਵਧਾਊ ਪੱਤਰ ਮਿਲਿਆ। ਵੈਸੇ ਤਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਤੇ ਉਹ ਵੀ ਦਿੱਲੀ ਵਰਗੇ ਸ਼ਹਿਰ 'ਚ 1000 ਨਾਲ ਗੁਜ਼ਾਰਾ ਕਰਨਾ ਮੁਸ਼ਕਿਲ ਹੀ ਹੈ, ਪਰ ਜਿਸ ਤਰ੍ਹਾਂ ਦਾ ਸਿਆਣਾ ਤੇ ਸੁਲਝਿਆ ਹੋਇਆ ਤੁਹਾਡਾ ਪਰਿਵਾਰ ਹੈ ਉਸ ਲਈ ਕੋਈ ਮੁਸ਼ਕਿਲ ਵੀ ਨਹੀਂ ਹੋਏਗੀ। ਅਚਾਨਕ ਆਪ ਹੀ ਇਸ ਬਿਪਤਾ ਨੂੰ ਵੀ ਉਹਨੇ ਖਿੜੇ ਮੱਥੇ ਸਹਾਰਿਆ। ਉਹ ਡੋਲਣ ਡਗਮਗਾਉਣ ਵਾਲਿਆਂ ਜਾਂ ਰੂੰ ਕਰਨ ਵਾਲਿਆਂ ਵਾਲਾ ਨਹੀਂ ਤੇ ਨਾ ਹੀ ਉਹ ਢੇਰੀ ਢਾਹ ਕੇ ਬੈਠਣ ਵਾਲਾ ਮਨੁੱਖ ਹੈ। ਉਹ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣ ਵਾਲਾ, ਸਦਾ ਹੀ ਖਿੜਿਆ ਹੱਸਣ ਹਸਾਉਣ ਵਾਲਾ ਪੰਜਾਬੀ ਸਾਹਿਤ ਦਾ ਸਿਰਮੌਰ ਟਿੱਚਰਬਾਜ਼ ਲੇਖਕ ਹੈ। ਉਹ ਚਾਹੇ ਕਿੰਨੇ ਵੀ ਨੀਰਸ ਵਿਸ਼ੇ ਉੱਪਰ ਲਿਖੇ, ਪਰ ਉਹਨੂੰ ਵੀ ਦਿਲਚਸਪ ਤੇ ਹਸਾਉਣੀਆਂ ਟਿੱਪਣੀਆਂ ਟੋਟਕਿਆਂ ਨਾਲ ਸ਼ਿੰਗਾਰ ਕੇ ਪਾਠਕਾਂ ਦੇ ਸਨਮੁਖ ਪੇਸ਼ ਕਰਦਾ ਹੈ। ਇਹੀ ਉਹਦੀ ਵਾਰਤਕ ਦਾ ਪ੍ਰਮੁੱਖ ਲੱਛਣ ਹੈ। ਉਹਨੂੰ ਕੁਨੀਨ ਦੀ ਗੋਲੀ ਗੁੜ 'ਚ ਵਲੇਟ ਕੇ ਦੇਣ ਦੀ ਜਾਚ ਹੈ। ਸੋਵੀਅਤ ਦੂਤਾਵਾਸ 'ਚ ਨੌਕਰੀ ਦੌਰਾਨ ਉਹਨੇ ਬਹੁਤ ਹੀ ਸਖਤ ਮਿਹਨਤ ਕੀਤੀ, ਅਨੇਕਾਂ ਹੀ ਕਿਤਾਬਾਂ ਦੇ ਅਨੁਵਾਦ ਕੀਤੇ ਅਤੇ ਆਪਣਾ ਮੌਲਿਕ ਲਿਖਣਾ ਵੀ ਜਾਰੀ ਰੱਖਿਆ। ਜੇ ਉਹ ਦਿੱਲੀ ਦੇ ਦੂਤਾਵਾਸ 'ਚ ਨਾ ਆਇਆ ਹੁੰਦਾ ਤਾਂ ਸ਼ਾਇਦ ਉਹਦੀਆਂ ਇਹ ਪ੍ਰਾਪਤੀਆਂ ਨਾ। ਇੱਥੇ ਦਿੱਲੀ 'ਚ ਉਹਦੀ ਪੰਜਾਬੀ ਨੇ ਉਹਨਾਂ ਪਰਪੱਕ ਲੇਖਕਾਂ ਨਾਲ ਨੇੜਤਾ ਹੋਈ ਜਿਨ੍ਹਾਂ ਦੀ ਉਂਗਲ ਫੜ ਕੇ ਉਹਨੇ ਪੰਜਾਬੀ ਦੇ ਸਾਹਿਤਿਕ ਜਗਤ ਵਿੱਚ ਪ੍ਰਵੇਸ਼ ਕੀਤਾ ਸੀ। ਨਵਯੁਗ ਪਬਲਿਸ਼ਰ ਤੋਂ ਕਿਤਾਬ ਛਪਾਉਣ ਦੀ ਹਰ ਲੇਖਕ ਦੀ ਰੀਝ ਹੁੰਦੀ ਸੀ, ਪਰ ਭੁੱਲਰ ਦਾ ਪਹਿਲਾ ਕਹਾਣੀ ਸੰਗ੍ਰਹਿ ਉਪਰਾ ਮਰਦ ਨਵਯੁਗ ਪਬਲਿਸ਼ਰ ਦੇ ਮਾਲਕ ਪਾਪਾ ਪ੍ਰੀਤਮ ਸਿੰਘ ਨੇ ਆਪ ਰੀਝ ਨਾਲ ਛਾਪਿਆ। ਪਹਿਲੀ ਵਾਰ ਗੁਰਦੇਵ ਸਿੰਘ ਰੁਪਾਣਾ ਉਹਨੂੰ ਨਾਗਮਣੀ ਸ਼ਾਮ 'ਚ ਲੈ ਕੇ ਗਿਆ, ਜਿੱਥੇ ਉਹਨੇ ਆਪਣੀ ਕਹਾਣੀ ਉਪਰਾ ਮਰਦ ਪੜ੍ਹੀ, ਜੋ ਅੰਮ੍ਰਿਤਾ ਨੂੰ ਬਹੁਤ ਪਸੰਦ ਆਈ ਅਤੇ ਉਹ ਰੁਪਾਣੇ ਵਾਂਗ ਭੁੱਲਰ ਦੀ ਵੀ ਪ੍ਰਸ਼ੰਸਕ ਬਣ ਗਈ। ਅੰਮ੍ਰਿਤਾ ਦੀ ਇਹ ਖੂਬੀ ਸੀ ਜਾਂ ਔਗੁਣ, ਜਿਹੜੀ ਰਚਨਾ ਉਹਨੂੰ ਪਸੰਦ ਆ ਜਾਂਦੀ ਸੀ ਉਹਦਾ ਉਹ ਗੁੱਡਾ ਹੀ ਬੰਨ੍ਹ ਦਿੰਦੀ ਸੀ। ਭੁੱਲਰ ਦੀ ਇਹ ਕਹਾਣੀ ਵੀ ਬਾਅਦ 'ਚ ਬਹੁਤ ਚਰਚਿਤ ਹੋਈ ਅਤੇ ਉਹ ਵੀ ਹਰ ਮਹੀਨੇ ਹੋਣ ਵਾਲੀ ਨਾਗਮਣੀ ਸ਼ਾਮ ਦਾ ਇੱਕ ਅੰਗ ਬਣ ਗਿਆ। ਉਹਦੀ ਰੁਪਾਣੇ ਨਾਲ ਦੋਸਤੀ ਹੋਰ ਵੀ ਗੂੜੀ ਹੋ ਗਈ ਅਤੇ ਉਹਨਾਂ ਦੋਹਾਂ ਦੀ ਜੋੜੀ ਦਿੱਲੀ ਦੇ ਸਾਹਿਤਿਕ ਹਲਕਿਆਂ 'ਚ ਲੰਬਾ ਸਮਾਂ ਬੜੀ ਚਰਚਿਤ ਰਹੀ। ਇੱਕੋ ਜਿਹੇ ਸਰੀਰਕ ਕੱਦ ਕਾਠ ਵਾਲੇ ਇਹਨਾਂ ਦੋਵਾਂ ਦੋਸਤਾਂ ਦਾ ਸਾਹਿਤਿਕ ਕੱਦ ਕਾਠ ਵੀ ਉਸ ਸਮੇਂ ਇੱਕੋ ਜਿਹਾ ਹੀ ਸੀ। ਦਿੱਲੀ ਵਾਲੇ ਅਕਸਰ ਹੀ ਟਪਲਾ ਖਾ ਜਾਂਦੇ। ਉਹ ਰੁਪਾਣੇ ਨੂੰ ਭੁੱਲਰ ਅਤੇ ਭੁੱਲਰ ਨੂੰ ਰੁਪਾਣਾ ਸਮਝ ਲੈਂਦੇ। ਕਈਆਂ ਦੇ ਭਾਅ ਦੀ ਤਾਂ ਇਹ ਜੋੜੇ ਭਾਈ ਸੀ। ਇਹ ਜੋੜੇ ਜੱਟ ਮਲਵਈ ਭਾਈ ਵੀ ਦਿੱਲੀ ਵਾਲੇ ਭਾਪਿਆਂ ਨੂੰ ਟਿੱਚ ਜਾਣਦੇ ਸੀ ਅਤੇ ਜਣੇ ਖਣੇ ਨੂੰ ਚਿੱਚਰ ਕਰਨ ਤੋਂ ਕਦੇ ਨਹੀਂ ਸੀ ਟਲਦੇ। ਅੰਮ੍ਰਿਤਾ ਇਹਨਾਂ ਦੋਹਾਂ ਦੀ ਇੱਕੋ ਜਿੰਨੀ ਪ੍ਰਸ਼ੰਸਕ ਸੀ। ਮਲਵਈ ਬਾਣੀਆਂ ਬਲਵੰਤ ਗਾਰਗੀ ਇਹਨਾਂ ਜੱਟ ਮਲਵਈ ਲੇਖਕਾਂ ਦੀ ਜਾਣਬੁੱਝ ਕੇ ਅਣਦੇਖੀ ਕਰ ਜਾਂਦਾ ਸੀ। ਉਹ ਕਿਹੜਾ ਘੱਟ ਸੀ, ਇਹ ਗਾਰਗੀ ਨੂੰ ਵੀ ਟਿੱਚ ਸਮਝਦੇ ਸੀ। ਜਦੋਂ ਕਦੇ ਵੀ ਗਾਰਗੀ ਨਾਲ ਉਹਨਾਂ ਦਾ ਸਾਹਮਣਾ ਹੋ ਜਾਂਦਾ, ਰੁਪਾਣਾ ਉਹਨੂੰ ਸੰਬੋਧਨ ਕਰਕੇ ਕਹਿੰਦਾ, ਉਹ ਬੱਲੇ ਬੱਲੇ ਗੁਰਚਰਨ ਰਾਮਪੁਰੀ ਜੀ, ਧੰਨ ਭਾਗ ਤੁਹਾਡੇ ਦਰਸ਼ਨ ਹੋਏ, ਤੁਸੀਂ ਕਦੋਂ ਆਏ ਕੈਨੇਡਾ ਤੋਂ? ਅਤੇ ਗਾਰਗੀ ਬੋਲਣ ਜੋਗਾ ਨਾ ਰਹਿੰਦਾ। ਇਹ ਟਿੱਚਰਬਾਜ਼ ਮਖੌਲੀਏ ਲੇਖਕ ਦੂਜਿਆਂ ਦੇ ਆਰਾਂ ਤਾਂ ਲਾਉਂਦੇ ਹੀ ਰਹਿੰਦੇ ਸੀ, ਪਰ ਕਦੇ ਆਪਸ ਵਿੱਚ ਵੀ ਭਿੜ ਜਾਂਦੇ ਸੀ। ਅਲਕ ਵਹਿੜਕਿਆਂ ਵਾਂਗ ਇੱਕ ਦੂਜੇ ਨੂੰ ਪਿਆਰ 'ਚ ਪੋਲੀਆਂ ਪੋਲੀਆਂ ਢੁੱਡਾਂ ਮਾਰਦੇ ਸੀ। ਰੁਪਾਣੇ ਵਾਂਗ ਭੁੱਲਰ ਵੀ ਸਿਰੇ ਦਾ ਹਾਜ਼ਰ ਜਵਾਬ ਹੈ, ਜੋ ਗੱਲ ਨੂੰ ਭੁੰਜੇ ਨਹੀਂ ਡਿੱਗਣ ਦਿੰਦਾ ਅਤੇ ਬੋਲਣ ਵਾਲੇ ਨੂੰ ਲਾਜਵਾਬ ਕਰ ਦਿੰਦਾ ਹੈ। ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਜਸਵੰਤ ਸਿੰਘ ਕੰਵਲ ਨੇ ਪੰਜਾਬੀ ਸੂਬੇ ਦੇ ਹੱਕ ਵਿੱਚ ਪੰਜਾਬੀ ਲੇਖਕਾਂ ਦਾ ਇੱਕ ਬਹੁਤ ਵੱਡਾ ਇਕੱਠ ਆਪਣੇ ਪਿੰਡ ਢੁੱਡੀਕੇ ਕੀਤਾ। 2 ਦਿਨ ਇਸ ਸਮਾਗਮ ਦੀ ਸਮਾਪਤੀ 'ਤੇ ਟਾਂਗੇ ਉੱਪਰ ਬੈਠੇ ਕੁਝ ਲੇਖਕ ਅਤੇ ਸਵਾਰੀਆਂ ਅਜੀਤਵਾਲ ਨੂੰ ਜਾ ਰਹੇ ਸੀ। ਭੁੱਲਰ ਟਾਂਗੇ ਦੇ ਬਾਂਸ ਦੇ ਕੋਚਵਾਨ ਕੋਲ ਬੈਠਾ ਆਪਣੀ ਟੁਣਕਵੀਂ ਆਵਾਜ਼ 'ਚ ਛੁਰਲੀਆਂ ਛੱਡ ਰਿਹਾ ਸੀ।
ਉਹਨੇ ਸਾਰੀਆਂ ਸਵਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਮੂਹਰੇ ਸੀਟ ਉੱਪਰ ਬੈਠੇ ਰੁਪਾਣੇ ਨੇ ਸ਼ਰਾਰਤ ਨਾਲ ਆਪਣੇ ਨਾਲ ਬੈਠੇ ਬੰਦੇ ਨੂੰ ਪੁੱਛਿਆ, ਇਹ ਕਾਕਾ ਕੌਣ ਹੈ? ਉਹ ਬੰਦਾ ਨਾਂਹ 'ਚ ਸਿਰ ਮਾਰ ਗਿਆ। ਇਹ ਸਵਾਲ ਸੁਣ ਭੁੱਲਰ ਨੂੰ ਵੀ ਗਿਆ ਸੀ ਤੇ ਉਸੇ ਵਕਤ ਪਿੱਛੇ ਵੱਲ ਮੂੰਹ ਭਵਾ ਕੇ ਬੋਲਿਆ, ਇਹ ਚਾਚਾ ਕੌਣ ਹੈ? ਪਤਨੀ ਨਾਲ ਵੀ ਉਹ ਚਖਮੱਖੀਆਂ ਕਰਦਾ ਰਹਿੰਦਾ ਹੈ। ਜਦੋਂ ਆਪਣੇ ਦਿਲ ਦੀ ਬਿਮਾਰੀ ਕਾਰਨ ਹਸਪਤਾਲ ਦੇ ਬੈੱਡ 'ਤੇ ਪਿਆ ਸੀ ਤਾਂ ਇੱਕ ਦਿਨ ਬਨੌਟੀ ਜਿਹਾ ਪਛਤਾਵਾ ਕਰਦਿਆਂ ਉਹਨੂੰ ਕਹਿਣ ਲੱਗਾ, ਸਾਲੇ ਨੂੰ ਸਾਂਭ ਰੱਖਿਆ ਸੀ, ਇਹ ਕਦਰ ਪਾਈ। ਇਹਦੇ ਨਾਲੋਂ ਤਾਂ ਚੰਗਾ ਹੁੰਦਾ ਜਵਾਨੀ 'ਚ ਹੀ ਕਿਸੇ ਨੂੰ ਦੇ ਦਿੱਤਾ ਹੁੰਦਾ। ਉਦੋਂ ਕਈ ਵਿਚਾਰੀਆਂ ਖਾਮਖਾਈ ਨਿਰਾਸ਼ ਕੀਤੀਆਂ। ਟਿੱਚਰ ਮਸ਼ਕਰੀ ਉਹਦੇ ਸੁਭਾਅ ਦਾ ਨਿਖੜਵਾਂ ਅੰਗ ਹੈ, ਪਰ ਉਹਦੀ ਟਿੱਚਰ ਮਸ਼ਕਰੀ ਕਿਸੇ ਦਾ ਦਿਲ ਦਿਖਾਉਣ ਵਾਸਤੇ ਨਹੀਂ ਹੁੰਦੀ। ਕਈ ਵਾਰ ਇਸ ਟਿੱਚਰ ਮਸ਼ਕਰੀ 'ਚ ਕੁਝ ਗੁੱਝਾ ਸੁਝਾਅ ਜਾਂ ਨਸੀਹਤ ਵੀ ਹੁੰਦੀ ਹੈ। ਬਠਿੰਡੇ ਵਾਲੇ ਅਧਿਆਪਕ ਆਗੂ ਤੇ ਉਹਦੇ ਨਿੱਘੇ ਦੋਸਤ ਜਗਮੋਹਨ ਕੌਸ਼ਲ ਨੇ ਇੱਕ ਵਾਰ MLA ਦਾ ਇਲੈਕਸ਼ਨ ਲੜਨ ਦਾ ਮਨ ਬਣਾ ਲਿਆ ਤਾਂ ਭੁੱਲਰ ਉਹਨੂੰ ਫੋਨ ਕਰਕੇ ਦੱਸਣ ਲੱਗਿਆ ਕਿ ਦਿੱਲੀ ਵਿੱਚ ਹੁਣ ਇੱਕ ਬਹੁਤ ਹੀ ਵਧੀਆ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਪਾਗਲਾਂ ਦਾ ਹਸਪਤਾਲ ਖੁੱਲ੍ਹ ਗਿਆ। ਕੌਸ਼ਲ ਨੇ ਟੋਕਿਆ ਕਿ ਤੂੰ ਮੈਨੂੰ ਇਸ ਬਾਰੇ ਕਿਉਂ ਦੱਸ ਰਿਹਾ? ਭੁੱਲਰ ਨੇ ਜਵਾਬ ਦਿੱਤਾ, ਤੂੰ ਇਲੈਕਸ਼ਨ ਹਾਰ ਜਾਣਾ, ਫਿਰ ਤੇਰੇ ਮਨ 'ਤੇ ਬੋਝ ਪਏਗਾ ਤੇ ਆਖਰ ਤਾਂ ਤੈਨੂੰ ਪਾਗਲਾਂ ਦੇ ਹਸਪਤਾਲ ਹੀ ਜਾਣਾ ਪਏਗਾ। ਦਿੱਲੀ ਦੇ ਦੂਤਾਵਾਸ 'ਚ ਬੈਠਾ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀ ਭਾਸ਼ਾ ਦਾ ਵੀ ਦੂਤ ਹੀ ਸੀ। ਦਿੱਲੀ 'ਚ ਰਹਿਣ ਵਾਲਿਆਂ ਬਾਰੇ ਇਹ ਗੱਲ ਬੜੀ ਮਸ਼ਹੂਰ ਹੈ ਕਿ ਜਦੋਂ ਵੀ ਉਹਨਾਂ ਨੂੰ ਕੋਈ ਜਾਣੂ ਮਿਲ ਜਾਂਦਾ ਤਾਂ ਉਹ ਪਹਿਲਾਂ ਸਵਾਲ ਹੀ ਇਹ ਪੁੱਛਦੇ, ਕਿੱਥੇ ਠਹਿਰੇ ਹੋਏ ਹੋ? ਕਦੇ ਸਾਡੇ ਵੱਲ ਵੀ ਆਉਣਾ ਜੀ। ਪਰ ਭੁੱਲਰ ਅਜਿਹਾ ਨਹੀਂ ਹੈ। ਦਿੱਲੀ 'ਚ ਵਸਦਿਆਂ ਵੀ ਉਹਨੇ ਆਪਣਾ ਪੇਂਡੂ ਖਾਸਾ ਕਾਇਮ ਰੱਖਿਆ ਹੈ। ਦਿੱਲੀ ਜਾਣ ਵਾਲੇ ਬਹੁਤੇ ਪੰਜਾਬੀ ਲੇਖਕਾਂ ਦੀ ਠਹਿਰ ਉਹਦਾ ਘਰ ਹੀ ਬਣਦੀ ਰਹੀ ਹੈ। ਪਹਿਲ ਜਦੋਂ ਉਹ ਇੱਕ ਕਮਰੇ ਵਾਲੇ ਘਰ 'ਚ ਰਹਿੰਦੇ ਸੀ, ਉਦੋਂ ਵੀ ਉਹਦੇ ਘਰ ਦਾ ਦਰ ਲੇਖਕਾਂ ਰਿਸ਼ਤੇਦਾਰਾਂ ਲਈ ਹਮੇਸ਼ਾ ਹੀ ਖੁੱਲ੍ਹਾ ਰਹਿੰਦਾ ਸੀ ਤੇ ਉਹ ਕਹਿੰਦਾ ਹੁੰਦਾ ਸੀ, ਘਰ ਨਹੀਂ, ਦਿਲ ਖੁੱਲ੍ਹਾ ਹੋਣਾ ਚਾਹੀਦਾ ਹੈ। ਤੇ ਪ੍ਰਾਹੁਣੇ ਵੀ ਉਹਨਾਂ ਘਰਾਂ ਵਿੱਚ ਹੀ ਜਾਂਦੇ ਹੈ ਜਿੱਥੇ ਦੋਵਾਂ ਜੀਆਂ ਦੀ ਬਣਦੀ ਹੋਵੇ। ਇਸ ਪੱਖ ਤੋਂ ਭੁੱਲਰ ਜੋੜੀ ਨੰਬਰ 1 ਕਹੀ ਜਾ ਸਕਦੀ ਹੈ। ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਹੀ ਹੈ, ਪਰ ਜਦ ਇਹ ਦੋਵੇਂ ਭਾਂਡੇ ਖੜਕਦੇ ਵੀ ਹੈ ਤਾਂ ਇਹਨਾਂ ਦੀ ਖਣਕਾਰ ਰਸੋਈ 'ਚੋਂ ਬਾਹਰ ਨਹੀਂ ਜਾਂਦੀ। ਉਹਦੀ ਪਤਨੀ ਗੁਰਚਰਨ ਕੌਰ ਕਹਿੰਦੀ ਹੈ ਕਿ ਵਿਆਹ ਵੇਲੇ ਭਾਈ ਜੀ ਨੇ ਸਿੱਖਿਆ ਦਿੱਤੀ ਸੀ ਕਿ ਤੁਸੀਂ ਇੱਕ ਜੋਤ ਦੋ ਮੂਰਤ ਬਣ ਕੇ ਰਹਿਣਾ, ਪਰ ਅਸੀਂ ਤਾਂ ਇੱਕ ਜੋਤ ਇੱਕ ਮੂਰਤ ਬਣ ਕੇ ਹੀ ਰਹੇ ਹਾਂ। ਗੁਰਚਰਨ ਕੌਰ ਨੂੰ ਆਪਣੇ ਪਤੀ 'ਤੇ ਰੱਬ ਜਿੰਨਾ ਵਿਸ਼ਵਾਸ ਹੈ, ਪਰ ਕਹਾਣੀਕਾਰਾ ਬਚਿੰਤ ਕੌਰ ਨੇ ਉਹਦੇ ਸਾਊ ਹੋਣ 'ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਸੀ। ਉਹਨੇ ਭੁੱਲਰ ਨੂੰ ਇੰਟਰਵਿਊ ਦੌਰਾਨ ਕਿਸੇ ਸਵਾਲ ਦੇ ਜਵਾਬ 'ਚ ਕਹਿ ਦਿੱਤਾ ਸੀ, ਇੱਥੇ ਦਿੱਲੀ 'ਚ ਉਹਨੂੰ ਕੁਝ ਲੇਖਕਾਂ ਤੋਂ ਡਰ ਲੱਗਦਾ ਹੈ। ਤੇ ਜਦੋਂ ਭੁੱਲਰ ਨੇ ਉਹਨੂੰ ਪੁੱਛਿਆ ਕਿ ਕਿਹੜੇ ਲੇਖਕਾਂ ਤੋਂ ਡਰ ਲੱਗਦਾ ਹੈ ਤਾਂ ਬਚਿੰਤ ਕੌਰ ਨੇ ਤਾਰਾ ਸਿੰਘ ਤੇ ਰੁਪਾਣੇ ਦਾ ਨਾਂ ਲੈਣ ਤੋਂ ਬਾਅਦ ਕਹਿ ਦਿੱਤਾ, ਇੱਕ ਤੁਹਾਤੋਂ। ਉਸੇ ਪਲ ਚਾਹ ਲੈ ਕੇ ਆਈ ਗੁਰਚਰਨ ਕੌਰ ਦੇ ਹੱਥੋਂ ਪਿਆਲੀ ਡੁੱਲਦੀ ਬਚੀ ਤਾਂ ਘਬਰਾ ਕੇ ਬੋਲੀ, ਇਹਨਾਂ ਤੋਂ ਵੀ? ਉਸ ਸਮੇਂ ਉਹਨਾਂ ਵਿਚਕਾਰ ਹੋਈ ਵਾਰਤਾ ਨੂੰ ਭੁੱਲਰ ਨੇ ਆਪਣੀ ਰੇਖਾ ਚਿੱਤਰਾਂ ਦੀ ਪੁਸਤਕ ਨੇੜੇ 'ਚ ਬਚਿੰਤ ਕੌਰ ਦੇ ਰੇਖਾ ਚਿੱਤਰ 'ਚ ਇਸ ਤਰ੍ਹਾਂ ਲਿਖਿਆ। ਬਚਿੰਤ ਨੇ ਖਿੜਖਿੜ ਹੱਸ ਕੇ ਮੇਰੇ ਮੋਢੇ 'ਤੇ ਧੱਫਾ ਮਾਰਿਆ ਤੇ ਬੋਲੀ, ਹਾਂ ਭੈਣ ਜੀ, ਇਹਨਾਂ ਤੋਂ ਵੀ। ਗੁਰਚਰਨ ਕਹਿਣ ਲੱਗੀ, ਮੈਂ ਤਾਰਾ ਸਿੰਘ ਜੀ ਨੂੰ ਇਹਨਾਂ ਦੀਆਂ ਗੱਲਾਂ ਤੋਂ ਥੋੜ੍ਹਾ ਬਹੁਤ ਜਾਣਦੀ ਹਾਂ। ਰੁਪਾਣਾ ਵੀਰ ਜੀ ਨਾਲ ਸਾਡੇ ਬਹੁਤ ਪੁਰਾਣੇ ਪਰਿਵਾਰਕ ਸੰਬੰਧ ਹੈ। ਭੁੱਲਰ ਜੀ ਨੂੰ ਵੀ ਲੋਕ ਚੰਗਾ ਹੀ ਆਖਦੇ ਨੇ। ਬਚਿੰਤ ਨੇ ਗੱਲ ਟੋਕੀ, ਨਾ, ਚੰਗੇ ਤਾਂ ਇਹ ਤਿੰਨੇ ਬਹੁਤ ਨੇ, ਪਰ ਊਂ ਜਿਵੇਂ ਖਰਾਬ ਜਿਹੇ ਹੋਣ। ਮੈਂ ਕਿਹਾ, ਬਚਿੰਤ, ਮੈਂ ਇਹ ਗੱਲਾਂ ਲਿਖ ਦੇਣੀਆਂ ਨੇ। ਦੇਖ ਲੈ, ਤੂੰ ਪੰਜਾਬੀ ਦੇ ਇੱਕ ਸਭ ਤੋਂ ਸਮਰੱਥ ਕਵੀ ਤੇ ਸਭ ਤੋਂ ਸਮਰੱਥ ਕਹਾਣੀਕਾਰਾਂ ਉੱਤੇ ਨਿਰਾਧਾਰ ਲਾਛਣ ਲਾ ਰਹੀ। ਉਹਨੇ ਜਵਾਬ ਦਿੱਤਾ, ਹਾਂ ਬਈ, ਇਸ ਲਾਂਛਣ ਦਾ ਆਧਾਰ ਤਾਂ ਕੋਈ ਨਹੀਂ, ਪਰ ਊਂ ਤੁਸੀਂ ਤਿੰਨੇ ਲੱਗਦੇ ਖਰਾਬ ਹੀ ਹੋ। ਗੁਰਚਰਨ ਪਰੇਸ਼ਾਨ ਹੋ ਕੇ ਬੋਲੀ, ਭੁੱਲਰ ਜੀ ਨੂੰ ਤੂੰ ਸਾਊ ਮੰਨ ਕੇ ਹੋਰ ਲੇਖਕਾਵਾਂ ਚੰਦਨ ਭੈਣ ਜੀ, ਰਜਿੰਦਰ ਭੈਣ ਜੀ, ਇਹਨਾਂ ਦਾ ਇਤਬਾਰ ਤੇ ਆਦਰ ਹੀ ਬਹੁਤ ਕਰਦੀਆਂ ਨੇ। ਬਚਿੰਤ ਨੇ ਆਪਣੀ ਗੱਲ ਫੇਰ ਦੁਹਰਾਈ, ਨਾ ਸਾਊ ਤਾਂ ਭੁੱਲਰ ਜੀ ਹੈਗੇ ਨੇ, ਮੈਂ ਵੀ ਇਹਨਾਂ ਦਾ ਬਹੁਤ ਇਤਬਾਰ ਤੇ ਆਦਰ ਕਰਦੀ ਹਾਂ ਤੇ ਇਹਨਾਂ ਦੇ ਦੋਵਾਂ ਦੋਸਤਾਂ ਦਾ ਵੀ, ਪਰ ਇਹ ਤਿੰਨੇ ਨਾ ਜਾਣੀਏ ਕਿਉਂ ਕੁਝ ਖਰਾਬ ਜਿਹੇ ਨਹੀਂ ਲੱਗਦੇ। ਮੈਂ ਹੱਸਿਆ, ਕਿਤੇ ਤੇਰੀ ਗੱਲ ਆਪਣੇ ਇਲਾਕੇ ਦੀ ਲੋਕ ਕਥਾ ਵਿਚਲੀ ਉਸ ਚੰਚਲ ਨਾਰ ਵਾਲੀ ਤਾਂ ਨਹੀਂ ਜਿਹਨੇ ਰਾਹ ਜਾਂਦੇ ਇੱਕ ਜੱਟ ਨੂੰ ਕਿਹਾ ਸੀ, ਤੂੰ ਅੱਗੇ ਹੋ ਜਾ ਜਾਂ ਪਿੱਛੇ, ਮੈਂ ਤੇਰੇ ਨਾਲ ਨਹੀਂ ਤੁਰਨਾ, ਮੈਨੂੰ ਤਾਂ ਇੱਥੋਂ ਡਰ ਲੱਗਦਾ। ਭੋਲੇ ਜੱਟ ਨੇ ਘਬਰਾ ਕੇ ਕਿਹਾ ਸੀ, ਸੌਰੀ, ਨਾ ਮੈਂ ਤੈਨੂੰ ਬੁਲਾਇਆ ਚਲਾਇਆ, ਨਾ ਕੁਝ ਆਖਿਆ ਵੇਖਿਆ, ਨਾਲੇ ਮੇਰੇ ਸਿਰ ਉੱਤੇ ਟੋਕਰਾ, ਟੋਕਰੇ 'ਚ ਚੱਕੀ ਦਾ ਪੁੜ, ਇੱਕ ਮੋਢੇ 'ਤੇ ਖੇਸ, ਦੂਜੇ ਮੋਢੇ 'ਤੇ ਨਿਕਸੁਕ ਵਾਲਾ ਝੋਲਾ, ਇੱਕ ਬਾਂਹ ਹੇਠ ਕੁੱਕੜ, ਦੂਜੇ ਹੱਥ ਵਿੱਚ ਕੱਟੇ ਦਾ ਰੱਸਾ, ਤੂੰ ਮੈਥੋਂ ਕਾਹਤੋਂ ਡਰਦੀ ਹੈ? ਉਹ ਅੱਖਾਂ ਮਟਕਾਉਂਦੀ ਬੋਲੀ, ਮੈਂ ਸਭ ਜਾਣਦੀ ਹਾਂ। ਤੂੰ ਕੱਟਾ ਚੱਕੀ ਦੇ ਪੁੜ ਨਾਲ ਬੰਨ੍ਹ ਦੇਂਗਾ, ਕੁੱਕੜ ਟੋਕਰੇ ਹੇਠ ਦੇ ਦੇਂਗਾ, ਝੋਲਾ ਮੇਰਾ ਪਰੇ ਰੱਖ ਦੇਂਗਾ ਤੇ ਖੇਸ ਦੀਆਂ ਤਹਿਆਂ ਖੋਲ੍ਹ ਲਏਂਗਾ। ਤੇ ਭੋਲੇ ਜੱਟ ਦਾ ਚਿਹਰਾ ਇਹ ਗੱਲ ਸੁਣ ਕੇ ਪ੍ਰਾਪਤ ਹੋਏ ਗਿਆਨ ਨਾਲ ਫੁੱਲ ਵਾਂਗ ਖਿੜ ਗਿਆ। ਬਚਿੰਤ ਫਿਰ ਮੇਰੇ ਮੋਢੇ 'ਤੇ ਧੱਫਾ ਮਾਰ ਕੇ ਖਿੜ ਹੱਸੀ। ਮੁਸੀਬਤ ਤਾਂ ਇਹੋ ਹੈ,
ਤੁਹਾਨੂੰ ਤਿੰਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਕੱਟਾ ਚੱਕੀ ਦੇ ਪੁੜ ਨਾਲ ਬੰਨਿਆ ਜਾ ਸਕਦਾ ਹੈ ਤੇ ਕੁੱਕੜ ਟੋਕਰੇ ਹੇਠ ਦਿੱਤਾ ਜਾ ਸਕਦਾ ਹੈ। ਇੱਕ ਵਾਰ ਰੋਜ਼ਾਨਾ ਅਜੀਤ ਦੇ ਐਡੀਟਰ ਸਵਰਗੀ ਸਾਧੂ ਸਿੰਘ ਹਮਦਰਦ ਤੇ ਨਵਾਂ ਜ਼ਮਾਨਾ ਦੇ ਐਡੀਟਰ ਸਵਰਗੀ ਜਗਜੀਤ ਸਿੰਘ ਆਨੰਦ ਨੇ ਰੂਸ ਜਾਣਾ ਸੀ, ਪਰ ਲੇਟ ਹੋਣ ਕਾਰਨ ਜਹਾਜ਼ ਨਾ ਚੜ੍ਹ ਸਕੇ। ਅਗਲੀ ਫਲਾਈਟ ਪੂਰੇ 1 ਹਫ਼ਤੇ ਬਾਅਦ ਸੀ ਤੇ ਵਾਪਸ ਪੰਜਾਬ ਮੁੜਨ ਦੀ ਬਜਾਏ ਉਹਨਾਂ ਦਿੱਲੀ ਵਿੱਚ ਹੀ ਡੇਰੇ ਲਾ ਲਏ। ਉਹ ਦਿਨੇ ਸੋਵੀਅਤ ਦੂਤਾਵਾਸ 'ਚ ਭੁੱਲਰ ਦੇ ਦਫ਼ਤਰ ਜਾ ਬੈਠਦੇ। ਹਫ਼ਤੇ 'ਚ ਹੀ ਭੁੱਲਰ ਨੇ ਐਡੀਟਰਾਂ ਦਾ ਪੂਰਾ ਭੇਦ ਪਾ ਲਿਆ ਤੇ ਉਹਨਾਂ ਬਾਰੇ ਇੱਕ ਹਾਸੇ ਠੱਠੇ ਵਾਲਾ ਲੇਖ ਘੋੜੀ ਚੜ੍ਹਨਾ ਸੰਪਾਦਕਾਂ ਦਾ ਲਿਖ ਕੇ ਛਪਵਾ ਦਿੱਤਾ। ਇਸ 'ਚ ਭੁੱਲਰ ਨੇ ਹਮਦਰਦ ਸਾਹਿਬ ਦੇ ਭੁਲੱਕੜਪੁਣੇ ਦੀ ਇੱਕ ਘਟਨਾ ਦਾ ਜ਼ਿਕਰ ਕਰ ਦਿੱਤਾ। ਹਮਦਰਦ ਸਾਹਿਬ ਨੂੰ ਭੁੱਲਰ 'ਤੇ ਬਹੁਤ ਗੁੱਸਾ ਆਇਆ ਤੇ ਜਦੋਂ ਕਦੇ ਵੀ ਭੁੱਲਰ ਨੇ ਹਮਦਰਦ ਸਾਹਿਬ ਨੂੰ ਮਿਲਣਾ ਤਾਂ ਉਹਨੂੰ ਧੁੜਕੂ ਲੱਗਾ ਰਹਿਣਾ ਕਿ ਉਹ ਇਸ ਲੇਖ ਦੀ ਗੱਲ ਛੇੜਨਗੇ, ਪਰ ਹਮਦਰਦ ਸਾਹਿਬ ਨੇ ਉਸ ਲੇਖ ਵਾਲੀ ਕਦੇ ਕੋਈ ਗੱਲ ਹੀ ਨਾ ਕੀਤੀ। ਹਾਰ ਕੇ ਇੱਕ ਦਿਨ ਉਹਨੇ ਆਪ ਹੀ ਪੁੱਛ ਲਿਆ ਕਿ ਹਮਦਰਦ ਸਾਹਿਬ, ਤੁਸੀਂ ਤਾਂ ਮੇਰੇ ਤੋਂ ਬਹੁਤ ਗੁੱਸੇ ਸੀ, ਕੀ ਗੱਲ ਆਪਣਾ ਗੁੱਸਾ ਕੱਢਿਆ ਹੀ ਨਹੀਂ? ਹਮਦਰਦ ਸਾਹਿਬ ਆਪਣੇ ਅੰਦਾਜ਼ 'ਚ ਉੱਚੀ ਆਵਾਜ਼ ਹਾ ਕਰਕੇ ਹੱਸੇ ਤੇ ਬੋਲੇ, ਗੁੱਸਾ ਤਾਂ ਬਹੁਤ ਆਇਆ ਸੀ, ਪਰ ਸ੍ਰੀਮਤੀ ਜੀ ਨੇ ਗੁੱਸੇ ਦੇ ਉਬਾਲੇ ਤੇ ਪਾਣੀ ਦੇ ਛਿੱਟੇ ਪਾਤੇ। ਉਹਨੇ ਮੈਨੂੰ ਕਿਹਾ ਕਿ ਮੁੰਡੇ ਨੇ ਠੀਕ ਲਿਖਿਆ, ਤੁਸੀਂ ਤਾਂ ਇਹ ਤੋਂ ਵੀ ਵੱਡੇ ਭੁਲੱਕੜ ਹੋ। ਨਾਲੇ ਉਹਨੇ ਤੁਹਾਨੂੰ ਭੁਲੱਕੜ ਹੀ ਲਿਖਿਆ, ਭੋਂਦੂ ਤਾਂ ਨਹੀਂ, ਹੁਣ ਤੁਸੀਂ ਭੋਂਦੂ ਹੀ ਹੋ। ਉਹ ਮਾਨਵਵਾਦੀ ਦ੍ਰਿਸ਼ਟੀਕੋਣ ਦਾ ਲੇਖਕ ਹੈ ਤੇ ਸਿਰਫ ਲਿਖਤਾਂ ਵਿੱਚ ਹੀ ਨਹੀਂ ਬਲਕਿ ਅਮਲੀ ਜ਼ਿੰਦਗੀ ਵਿੱਚ ਵੀ ਉਹ ਮਾਨਵਵਾਦੀ ਹੈ। ਉਹ ਢੋਂਗੀ ਨਹੀਂ, ਉਹਦੀ ਕਥਨੀ ਤੇ ਕਰਨੀ 'ਚ ਕੋਈ ਫਰਕ ਨਹੀਂ ਹੁੰਦਾ। ਉਹਨੇ ਮਾਨਵਤਾ ਦਾ ਇਹ ਪਾਠ ਆਪਣੇ ਬੱਚਿਆਂ ਨੂੰ ਵੀ ਪੜ੍ਹਾਇਆ ਹੈ ਤੇ ਉਹ ਧਰਮਾਂ ਇਲਾਕਿਆਂ ਤੋਂ ਉੱਚੇ ਉੱਠ ਕੇ ਹੀ ਸਮਾਜ 'ਚ ਵਿਚਰਦੇ ਹਨ। ਉਹਦੇ ਅੰਦਰ ਇੱਕ ਸੱਚੇ ਲੇਖਕ ਦਾ ਦਿਲ ਧੜਕਦਾ ਹੈ ਜਿਹੜਾ ਦੀਨ ਦੁਖੀਆਂ ਨੂੰ ਵੇਖ ਕੇ ਪਸੀਜ ਜਾਂਦਾ ਹੈ। ਮੁਕਤਸਰ ਦੇ ਲਾਗਲੇ ਪਿੰਡ ਭਾਗਸਰ ਦੀ ਇੱਕ ਬਹੁਤ ਹੀ ਗਰੀਬ ਘਰ ਦੀ ਲੜਕੀ ਨੇ ਕੌਮੀ ਪੱਧਰ 'ਤੇ ਚਾਈਕਵਾਂਡੋ ਖੇਡ ਵਿੱਚ ਸੋਨੇ ਦਾ ਤਮਗਾ ਤਾਂ ਜਿੱਤ ਲਿਆ, ਪਰ ਲੜਕੀ ਦੀ ਇਸ ਪ੍ਰਾਪਤੀ ਨੂੰ ਉਹਦੇ ਸਕੂਲ, ਪਿੰਡ ਵਾਸੀਆਂ ਤੇ ਪ੍ਰਸ਼ਾਸਨ ਨੇ ਅਣਗੌਲਿਆ ਹੀ ਕਰ ਦਿੱਤਾ। ਤਾਂ ਲੜਕੀ ਦੇ ਗਰੀਬ ਬਾਪ ਨੇ ਆਪਣੇ ਪੱਧਰ 'ਤੇ ਇੱਕ ਢੋਲੀ ਦਾ ਪ੍ਰਬੰਧ ਕਰਕੇ ਖਿਡਾਰਨ ਦੇ ਪਿੰਡ ਪਰਤਣ ਤੇ ਉਹਦਾ ਢੋਲ ਵਜਾ ਕੇ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ। ਅਖਬਾਰ ਦੇ ਪਹਿਲੇ ਪੰਨੇ 'ਤੇ ਛਪੀ ਇਹ ਖਬਰ ਪੜ੍ਹ ਕੇ ਗੁਰਬਚਨ ਭੁੱਲਰ ਨੇ 5000 ਦਾ ਚੈੱਕ ਉਸ ਲੜਕੀ ਦੇ ਨਾਮ ਭੇਜ ਦਿੱਤਾ ਸੀ। ਅਖਬਾਰਾਂ ਵਿੱਚੋਂ ਹੀ ਪੜ੍ਹ ਕੇ ਉਹਨੇ ਇਸ ਤਰ੍ਹਾਂ ਦੇ ਕਈ ਜ਼ਰੂਰਤਮੰਦਾਂ ਦੀ ਮਦਦ ਕੀਤੀ। ਇਹ ਦਰਦਮੰਦਾਂ ਦਾ ਦਰਦੀ ਹੈ। ਉਹ ਆਪਣੇ ਆਪ ਨੂੰ ਅਗਾਂਹ ਵਧੂ ਲਹਿਰ ਦੀ ਪੈਦਾਵਾਰ ਮੰਨਦਾ ਹੈ ਤੇ ਅਗਾਂਹ ਵਧਣ ਵਿੱਚ ਵੀ ਵਿਸ਼ਵਾਸ ਰੱਖਦਾ ਹੈ। ਜਦੋਂ ਕੰਪਿਊਟਰ ਆਇਆ ਤਾਂ ਇਹਦੀ ਅਹਿਮੀਅਤ ਨੂੰ ਭਾਂਪਦਿਆਂ ਉਹਨੇ ਕੰਪਿਊਟਰ ਸਿੱਖਿਆ ਤੇ ਇਹਦੀਆਂ ਨਿਯਮਤਾਂ ਨੂੰ ਜਾਣ ਕੇ ਇਹਨੂੰ ਦੇਵਤਾ ਦਾ ਖਿਤਾਬ ਵੀ ਦੇ ਦਿੱਤਾ। ਯੂਨੀਵਰਸਿਟੀ ਦੇ ਇੱਕ ਲਾਉਣ ਬੁਝਾਉਣ ਵਾਲੇ ਪ੍ਰੋਫੈਸਰ ਨੇ ਆਪਣੇ ਵਿਭਾਗ ਦੇ ਕਲਰਕ ਨੂੰ ਕਿਹਾ ਕਿ ਉਹ ਟਾਈਪ ਸਿੱਖਣੀ ਚਾਹੁੰਦਾ ਹੈ, ਤਾਂ ਕਲਰਕ ਨੇ ਉਹਨੂੰ ਜਵਾਬ ਦਿੱਤਾ ਕਿ ਸਰ, ਤੁਸੀਂ ਟਾਈਪ ਨਹੀਂ ਸਿੱਖ ਸਕਦੇ ਕਿਉਂਕਿ ਟਾਈਪ ਸਿੱਖਣ ਵਾਸਤੇ 10 ਉਂਗਲਾਂ ਦੀ ਲੋੜ ਹੁੰਦੀ ਹੈ। ਤੁਹਾਡੀ ਤਾਂ ਇੱਕ ਉਂਗਲ ਹਮੇਸ਼ਾ ਹੀ ਕਿਸੇ 'ਤੇ ਲੱਗੀ ਹੁੰਦੀ ਹੈ। ਪਰ ਭੁੱਲਰ ਨੇ ਆਪਣੇ ਕੰਪਿਊਟਰ 'ਤੇ ਇੱਕ ਉਂਗਲ ਨਾਲ ਹੀ ਟਾਈਪ ਸਿੱਖ ਲਈ। ਉਹਨੇ ਇੱਕ ਉਂਗਲ ਨਾਲ ਹੀ ਟਾਈਪ ਕਰਕੇ ਆਪਣੇ 400 ਸਫ਼ੇ ਦਾ ਨਾਵਲ ਵੀ ਲਿਖ ਮਾਰਿਆ ਤੇ ਕਾਰਨਾਮਾ ਅਜਿਹਾ ਜਿਵੇਂ ਕੋਈ ਲੰਗੜਾ ਹਿਮਾਲਿਆ ਪਰਬਤ 'ਤੇ ਚੜ੍ਹ ਜਾਏ। ਉਹਨੇ ਪੰਜਾਬੀ ਸਾਹਿਤ ਵਿੱਚ ਗਿਣਨਾਤਮਕ ਤੇ ਗੁਣਨਾਤਮਕ ਦੋਵੇਂ ਪੱਖਾਂ ਤੋਂ ਵਾਧਾ। ਬਹੁਤੇ ਲੇਖਕਾਂ ਵਾਂਗ ਉਹਨੇ ਆਪਣੀ ਲੇਖਕੀ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ ਸੀ। ਉਹਦੀਆਂ ਕਵਿਤਾਵਾਂ ਉਸ ਸਮੇਂ ਦੇ ਚੋਟੀ ਦੇ ਰਸਾਲਿਆਂ 'ਚ ਛਪਣ ਲੱਗ ਪਈਆਂ ਸੀ। ਉਹਦੀ ਪਹਿਲੀ ਪ੍ਰਕਾਸ਼ਿਤ ਪੁਸਤਕ ਮੌਨ ਕਹਾਣੀ ਕਵਿਤਾਵਾਂ ਦੀ ਸੀ, ਪਰ ਫਿਰ ਉਹਨੇ ਕਹਾਣੀ ਵੱਲ ਮੋੜਾ ਕੱਟ ਲਿਆ। ਆਪਣੇ ਪਲੇਠੇ ਨਾਵਲ ਏ ਜਨਮ ਤੁਮਾਰੇ ਲੇਖੇ 'ਚ ਵਰਤੀਆਂ ਬਹੁਤੀਆਂ ਕਵਿਤਾਵਾਂ ਉਹਦੀਆਂ ਆਪਣੀਆਂ ਹੀ ਲਿਖੀਆਂ। ਉਹਦੇ ਚਾਰੇ ਕਹਾਣੀ ਸੰਗ੍ਰਹਿ ਉਪਰਾ ਮਰਦ, ਵਕਤਾ ਮਾਰੇ, ਮੈਂ ਗਜ਼ਨਵੀ ਨਹੀਂ ਤੇ ਅਗਨੀ ਕਲਸ ਪੰਜਾਬੀ ਕਹਾਣੀ ਜਗਤ ਵਿੱਚ ਨਿੱਘਰ ਵਾਧਾ ਮੰਨੇ ਗਏ। ਇੱਕੋ ਇੱਕ ਨਾਵਲ ਲਿਖ ਕੇ ਉਹਨੇ ਹੁਣ ਨਾਵਲਕਾਰੀ ਦੇ ਖੇਤਰ 'ਚ ਵੀ ਝੰਡੇ ਗੱਡ ਦਿੱਤੇ ਹੈ। ਉਹਦੀ ਅਮਰੀਕਾ ਯਾਤਰਾ ਦੇ ਪ੍ਰਭਾਵਾਂ ਦੀ ਪੁਸਤਕ ਇੱਕ ਅਮਰੀਕਾ ਇਹ ਵੀ ਪੰਜਾਬੀ ਵਿੱਚ ਆਮ ਕਰਕੇ ਲਿਖੇ ਜਾਂਦੇ ਸਫ਼ਰਨਾਮਿਆਂ ਤੋਂ ਬਿਲਕੁਲ ਹਟ ਕੇ ਪਾਠਕਾਂ ਸਾਹਮਣੇ ਉਸ ਦੇਸ਼ ਦਾ ਨਿਵੇਕਲਾ ਸਮਾਜਿਕ ਸੱਭਿਆਚਾਰ ਦ੍ਰਿਸ਼ ਪੇਸ਼ ਕਰਦੀ ਹੈ। ਨੇੜੇ 'ਚ ਉਹਨੇ 10 ਲੇਖਕਾਂ ਦੇ ਕਲਮੀ ਚਿੱਤਰ ਲਿਖੇ ਹੈ। ਇਹਨਾਂ ਰੇਖਾ ਚਿੱਤਰਾਂ 'ਚ ਉਹਨੇ ਰਵਾਇਤੀ ਮਸਾਲਾ ਲਾਉਣ ਵਾਲੀ ਵਿਧੀ ਤੋਂ ਵੀ ਗੁਰੇਜ਼ ਕੀਤਾ ਹੈ। ਆਪਣੀ ਪੁਸਤਕ ਬਚਨ ਬਿਲਾਸ 'ਚ ਉਹਨੇ 10 ਕਹਾਣੀਕਾਰਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ। ਪੰਜਾਬੀ ਕਹਾਣੀ ਯਾਤਰਾ 'ਚ 10 ਮੋਢੀ ਕਹਾਣੀਕਾਰਾਂ ਦੀਆਂ ਕਹਾਣੀਆਂ ਲੈ ਕੇ ਨਿਰਖ ਪਰਖ ਕੀਤੀ ਗਈ ਹੈ। ਕਲਮ ਕਟਾਰ ਉਹਦੀਆਂ ਸਾਹਿਤਿਕ ਰੰਗਤ ਵਾਲੇ ਸੰਪਾਦਕੀ ਲੇਖਾਂ ਦੀ ਪੁਸਤਕ ਹੈ। ਉਹਨੇ ਬਾਲ ਸਾਹਿਤ ਦੇ ਖੇਤਰ ਵਿੱਚ ਵੀ ਨਿੱਘਰ ਮੌਲਿਕ ਅਨੁਵਾਦਿਤ ਤੇ ਸੰਪਾਦਿਤ ਕਾਰਜ ਕੀਤਾ। ਮੌਲਿਕ ਲਿਖਤਾਂ ਤੋਂ ਇਲਾਵਾ ਭੁੱਲਰ ਨੇ ਅਨੇਕਾਂ ਵਡਮੁੱਲੀਆਂ ਸਾਹਿਤਿਕ ਪੁਸਤਕਾਂ ਦਾ ਸੰਪਾਦਨ ਤੇ ਅਨੇਕ ਮਹੱਤਵਪੂਰਨ ਸਾਹਿਤਿਕ, ਸਮਾਜਿਕ ਤੇ ਰਾਜਨੀਤਿਕ ਪੁਸਤਕਾਂ ਦਾ ਹੋਰ ਭਾਸ਼ਾਵਾਂ ਤੋਂ ਪੰਜਾਬੀ 'ਚ ਅਨੁਵਾਦ ਕੀਤਾ। ਇਹਨਾਂ 'ਚ ਕਾਰਲ ਮਾਰਕਸ ਦਾ ਗ੍ਰੰਥ ਦਾਸ ਕੈਪੀਟਲ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸਾਹਿਤ ਰਚਨਾ ਦੇ ਨਾਲ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਸੰਭਾਲ, ਨਿਰਮਲਤਾ
ਤੇ ਵਿਕਾਸ ਲਈ ਉਹਨੇ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ। ਉਹਦੀ ਇਸ ਸਾਹਿਤਿਕ ਘਾਲਣਾ ਨੂੰ ਸਤਿਕਾਰਿਆ, ਸਲਾਹਿਆ ਤੇ ਸਨਮਾਨਿਆ ਵੀ ਖੂਬ ਗਿਆ। ਸਾਹਿਤ ਸਭਾਵਾਂ ਵੱਲੋਂ ਭੇਟ ਕੀਤੇ ਅਨੇਕਾਂ ਸਨਮਾਨਾਂ ਤੋਂ ਇਲਾਵਾ ਉਹਨੂੰ ਨਾਨਕ ਸਿੰਘ ਪੁਰਸਕਾਰ, ਕੁਲਵੰਤ ਸਿੰਘ ਵਿਰਕ ਪੁਰਸਕਾਰ, ਬਲਰਾਜ ਸਾਹਨੀ ਪੁਰਸਕਾਰ, ਡਾਕਟਰ ਜਗਤਾਰ ਪੁਰਸਕਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਸੱਥ ਜਲੰਧਰ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਤੇ ਦਿੱਲੀ ਸਰਕਾਰ ਦੀ ਪੰਜਾਬੀ ਅਕੈਡਮੀ ਦੇ ਪੁਰਸਕਾਰ ਪ੍ਰਾਪਤ ਹੋ ਚੁੱਕੇ ਹੈ। ਖੂਬਸੂਰਤ ਪੰਜਾਬੀ ਵਾਰਤਕ ਲਿਖਣ ਵਾਲਿਆਂ ਨੂੰ ਸਨਮਾਨਿਤ ਕਰਨ ਵਾਸਤੇ ਸਥਾਪਿਤ ਕੀਤਾ ਗਿਆ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਪਹਿਲਾ ਪੁਰਸਕਾਰ ਵੀ ਉਸੇ ਨੂੰ ਮਿਲਿਆ। ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ ਵੀ ਉਹਨੂੰ ਫੈਲੋਸ਼ਿਪ ਮਿਲੀ ਹੋਈ ਹੈ। ਭਾਰਤੀ ਸਾਹਿਤ ਅਕੈਡਮੀ ਦੇ ਪੁਰਸਕਾਰ ਦਾ ਜ਼ਿਕਰ ਪਹਿਲਾਂ ਕੀਤਾ ਜਾ ਚੁੱਕਾ ਹੈ। ਕਿਸੇ ਪੰਜਾਬੀ ਲੇਖਕ ਨੂੰ ਮਿਲ ਸਕਣ ਵਾਲਾ ਸ਼ਾਇਦ ਹੀ ਕੋਈ ਅਜਿਹਾ ਪੁਰਸਕਾਰ ਹੋਵੇ ਜੋ ਭੁੱਲਰ ਨੂੰ ਨਾ ਮਿਲਿਆ ਹੋਵੇ। ਇਹ ਸਾਰੇ ਇਨਾਮ ਤੇ ਮਾਨ ਸਨਮਾਨ ਉਹਨੂੰ ਮੈਰਿਟ ਦੇ ਆਧਾਰ ਤੇ ਮਿਲੇ ਹੈ, ਪਰ ਮਾਨਾਂ ਸਨਮਾਨਾਂ ਬਾਰੇ ਉਹਦਾ ਕਹਿਣਾ ਹੈ ਕਿ ਉਹਦੀਆਂ ਰਚਨਾਵਾਂ ਨੂੰ ਮਿਲਿਆ ਬੇਹੱਦ ਪਾਠਕ ਪਿਆਰ ਹੀ ਉਸ ਵਾਸਤੇ ਸਭ ਤੋਂ ਵੱਡਾ ਮਾਨ ਸਨਮਾਨ ਹੈ। ਇਹਨਾਂ ਮਾਨਾਂ ਸਨਮਾਨਾਂ, ਸਰਕਾਰੀ ਤੇ ਗੈਰ ਸਰਕਾਰੀ ਪੁਰਸਕਾਰਾਂ ਦੀ ਪ੍ਰਾਪਤੀ ਲਈ ਲੇਖਕਾਂ ਵੱਲੋਂ ਕੀ ਹੱਥ ਕੰਡੇ ਅਪਣਾਏ ਜਾਂਦੇ ਹੈ, ਇਹਦਾ ਵੀ ਉਹਨੂੰ ਭਲੀ ਭਾਂਤ ਗਿਆਨ ਹੈ। ਪਰ ਉਹ ਹਮੇਸ਼ਾ ਇਹਨਾਂ ਧੜੇਬੰਦੀਆਂ, ਜੁਗਾੜਬੰਦੀਆਂ ਤੋਂ ਨਿਰਲੇਪ ਹੀ ਰਿਹਾ। ਇਸ ਵਿੱਚ ਟਿਪੀਕਲ ਜੱਟ ਵਾਲਾ ਸਵੈਮਾਨ ਤੇ ਅਣਖ ਹੈ, ਜਿਹਦੇ ਮੁਕਾਬਲੇ ਪੈਸਾ ਤੇ ਸ਼ੋਹਰਤ ਕੁਝ ਵੀ ਨਹੀਂ ਹੁੰਦੀ। ਭਾਰਤੀ ਸਾਹਿਤ ਅਕੈਡਮੀ ਦਾ ਸਰਵਉੱਚ ਪੁਰਸਕਾਰ ਕਿਸ ਨੂੰ ਤੇ ਕਿਵੇਂ ਮਿਲਦਾ, ਇਹਦਾ ਜ਼ਿਕਰ ਉਹਨੇ ਅਲਫ ਤੋਂ ਬੇ ਤੱਕ ਨੂਰ ਵਰਤਾਰਾ ਬੜਾ ਹੀ ਬੇਬਾਕੀ ਨਾਲ ਕੀਤਾ। ਇਸ ਵਾਰ ਕਿਸ ਨੂੰ ਤੇ ਕਿਵੇਂ ਇਨਾਮ ਦਿਵਾਉਣਾ ਹੈ, ਇਹਦਾ ਤਾਣਾ ਪਿੱਟੋ ਪਹਿਲਾਂ ਹੀ ਬੁਣ ਲੈਂਦੇ ਆ। ਕਈ ਵਾਰ ਤਾਂ ਇੱਥੇ ਇਨਾਮ ਦੇਣ ਵਾਲੇ ਆਪ ਹੀ ਇਨਾਮ ਦੇ ਹੱਕਦਾਰ ਬਣ ਬੈਠਦੇ। ਇਨਾਮਾਂ ਦੇ ਇਸ ਤੰਦੂਆ ਜਾਲ ਵਿੱਚ ਜਦੋਂ ਤਿਗੜਮਬਾਜ਼ ਤੇ ਜੁਗਾੜੀਆ ਲੇਖਕ ਇਨਾਮ ਵੀ ਲੈ ਜਾਂਦਾ ਤੇ ਬਾਅਦ ਵਿੱਚ ਵੀ ਉਹਨੂੰ ਇਹ ਦੱਸਦੇ ਨੂੰ ਤਰੇਲੀਆਂ ਆ ਜਾਂਦੀਆਂ ਕਿ ਇਹ ਉਹਨੇ ਕਿਵੇਂ ਪ੍ਰਾਪਤ ਕੀਤਾ। ਸਾਹਿਤ ਵਿੱਚ ਵੜੀ ਇਸ ਸਿਆਸਤ ਕਰਕੇ ਇਨਾਮਾਂ ਦੀ ਇਸ ਬਾਂਦਰ ਵੰਡ ਵਿੱਚ ਹੱਕਦਾਰਾਂ ਦਾ ਹੱਕ ਹੁਣ ਅਕਸਰ ਹੀ ਮਾਰਿਆ ਜਾਣ ਲੱਗਾ। ਜਦੋਂ ਭੁੱਲਰ ਨੂੰ ਸਾਹਿਤ ਅਕੈਡਮੀ ਦਾ ਇਹ ਸਰਵੋਤਮ ਪੁਰਸਕਾਰ ਮਿਲਿਆ ਸੀ ਤਾਂ ਉਹਨੇ ਕਿਹਾ ਸੀ ਕਿ ਮੇਰੇ ਤੋਂ ਪਹਿਲਾਂ ਇਹ ਪੁਰਸਕਾਰ ਗੁਰਦੇਵ ਸਿੰਘ ਰੁਪਾਣਾ ਨੂੰ ਮਿਲ ਜਾਣਾ ਚਾਹੀਦਾ ਸੀ। ਉਹ ਪੰਜਾਬੀ ਦਾ ਬਹੁਤ ਹੀ ਸੂਝਵਾਨ, ਸਿਆਣਾ, ਸੁਹਿਰਦ, ਸੰਵੇਦਨਸ਼ੀਲ, ਉੱਚ ਕੋਟੀ ਦਾ ਵਿਦਵਾਨ, ਪੰਜਾਬੀ ਭਾਸ਼ਾ ਦਾ ਗਿਆਤਾ ਤੇ ਉੱਚੇ ਤੇ ਸੁੱਚੇ ਇਖਲਾਕ ਵਾਲਾ ਲੇਖਕ ਹੈ। ਅੱਜ ਦੇ ਸਮੇਂ 'ਚ ਇੰਨੇ ਗੁਣ ਸ਼ਾਇਦ ਹੀ ਕਿਸੇ ਪੰਜਾਬੀ ਲੇਖਕ 'ਚ ਹੋਣ। ਭੁੱਲਰ ਅਜੋਕੇ ਪੰਜਾਬੀ ਸਾਹਿਤ ਦਾ ਕਲਸ ਹੈ। ਧੰਨਵਾਦ।